ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇੱਕ ਸੁਨੇਹਾ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਵੱਲੋਂ, ਜੋ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪਲਾਟਸ ਦੇ ਵਿੱਚ ਡੀਲ ਕਰਦੇ ਨੇ। ਤੁਸੀਂ ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ, ਖਰੜ ਦੇ ਵਿੱਚ ਪਲਾਟ ਲੈਣਾ ਚਾਹੁੰਦੇ ਹੋ ਤਾਂ ਰੇਰਾ ਅਪਰੂਵਡ ਇਹਨਾਂ ਰੀਅਲ ਸਟੇਟਰ ਕੋਲੋਂ ਤੁਸੀਂ ਸਲਾਹ ਮਸ਼ਵਰਾ ਕਰ ਸਕਦੇ ਹੋ। ਤੁਹਾਨੂੰ ਮਦਦ ਕਰਨਗੇ ਵਧੀਆ ਪਲਾਟ ਲੈਣ ਦੇ ਵਿੱਚ। ਤੁਸੀਂ ਇਨਵੈਸਟਮੈਂਟ ਪਾਉਣੀ ਹੈ ਜਾਂ ਗਰੰਟਿਡ ਇਨਕਮ ਲੈਣੀ ਹੈ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ। ਏਅਰਪੋਰਟ ਰੋਡ, ਐਰੋ ਸਿਟੀ 'ਤੇ ਇਹਨਾਂ ਦਾ ਆਫਿਸ ਹੈ। ਫ਼ੋਨ ਨੰਬਰ ਹੈ ਜੀ 8936000000। ਦੂਜਾ ਨੰਬਰ ਹੈ ਜੀ 9855540009 9855540009 ਦੇ ਉੱਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਸੈਟਲ ਏਰੀਆ ਦੇ ਵਿੱਚ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਡੇਲੀ ਕੰਮ ਤੋਂ ਘਰੇ ਜਾ ਸਕਦੇ ਹੋ। ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 2063544060। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ। ਇਸ ਤੋਂ ਇਲਾਵਾ ਧੰਨਵਾਦੀ ਹੈ ਜੀ ਅਰਲਿੰਗਟਨ ਫਿਊਲ ਸਟਾਪ ਤੇ ਲਾਸਟ ਹਿਲ ਫਿਊਲ ਸਟਾਪ ਵਾਲੇ ਹਰਜਾਪ ਸਿੰਘ ਅਤੇ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ, ਜਿਨ੍ਹਾਂ ਨੇ ਪ੍ਰੋਗਰਾਮ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਨੇ। ਉਹਨਾਂ ਦੇ ਦੋਨੇ ਫਿਊਲ ਸਟਾਪ ਜਿਹੜੇ ਨੇ ਜੀ ਬੇਕਰਸਫੀਲਡ ਅਤੇ ਵਾਸ਼ਿੰਗਟਨ ਦੇ ਵਿੱਚ ਨੇ। ਤੁਸੀਂ ਉਹਨਾਂ ਨਾਲ ਉੱਥੇ ਆਪਣਾ ਟਰੱਕ ਪਾਰਕ ਵੀ ਕਰ ਸਕਦੇ ਹੋ, ਵਧੀਆ ਗੁੜ ਦੀ ਚਾਹ ਪੀ ਸਕਦੇ ਹੋ। ਅਤੇ ਫ਼ੋਨ ਨੰਬਰ ਤੁਹਾਨੂੰ ਕਮਰਸ਼ੀਅਲਸ ਬ੍ਰੇਕ ਦੇ ਵਿੱਚ ਜਿਹੜੇ ਨੇ ਉਹ ਤੁਸੀਂ ਸੁਣ ਸਕਦੇ ਹੋ। ਹੁਣ ਆਪਾਂ ਗੱਲਬਾਤ ਕਰਨ ਦੇ ਲਈ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਜੁੜਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕੈਪਟਨ ਨੇ ਇੱਕ ਨਵਾਂ ਲੈਫਟੀਨੈਂਟ ਤਾਂ ਨਹੀਂ ਕਹਿ ਸਕਦੇ, ਦੁਬਾਰਾ ਤੋਂ ਭਰਤੀ ਕੀਤਾ ਹੈ। ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਬੰਗਾਲ ਦੀ, ਜਿੱਥੇ ਕਹਿੰਦੇ ਕਿਸਾਨ ਆਗੂ ਵੀ ਪੁੱਜ ਰਹੇ ਨੇ ਜੀ 4 ਮਾਰਚ ਨੂੰ। ਕਿਉਂ ਜਾ ਰਹੇ ਨੇ ਉੱਥੇ 4 ਮਾਰਚ ਨੂੰ? ਕੀ ਵੱਡਾ ਫੰਕਸ਼ਨ ਹੈ? ਕੀ ਮਹੱਤਵਤਾ ਜੀ ਉਹਦੀ? ਦੇਖੋ ਦਾਨੀਵਾਲ ਸਾਹਿਬ, ਜਿਹੜੀ ਬੰਗਾਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬੰਗਾਲ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਚੋਣਾਂ ਹੋ ਰਹੀਆਂ। ਔਰ ਇਹਨਾਂ ਚੋਣਾਂ ਦਾ ਮਹੱਤਵ ਬਹੁਤ ਵੱਡਾ ਹੈ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਟਿੱਲ ਲਾਇਆ ਹੋਇਆ ਕਿ ਹਰ ਹਾਲ ਬੰਗਾਲ ਦੀ ਹਕੂਮਤ 'ਤੇ ਅਸੀਂ ਕਾਬਜ਼ ਹੋਣਾ ਹੈ। ਔਰ ਸ਼ਿਆਮਾ ਪ੍ਰਸਾਦ ਮੁਖਰਜੀ ਜੀ, ਜਿਹੜੇ ਸੰਸਥਾਪਕਾਂ 'ਚੋਂ ਸੀ, ਜਨ ਸੰਘਦਿਆਂ 'ਚੋਂ, ਉਹਨਾਂ ਨੂੰ ਕਹਿੰਦੇ ਸ਼ਰਧਾਂਜਲੀ ਭੇਟ ਕਰਨੀ ਹੈ ਜੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਵੋਟ ਰਾਜਨੀਤੀ ਦਾ ਚਾਣਕੀਆ ਸਮਝਿਆ ਜਾਂਦਾ ਹੈ ਜੀ, ਉਹ ਐਲਾਨ ਕਰ ਚੁੱਕੇ ਹੈ ਕਿ ਸੀਟਾਂ 200 ਤੋਂ ਉੱਪਰ ਲਵਾਂਗੇ। ਦੂਜੇ ਪਾਸੇ ਮਮਤਾ ਬੈਨਰਜੀ ਹੈ, ਉਹ ਵੀ ਬੰਗਾਲ ਦੀ ਸ਼ੇਰਨੀ ਕਹਾਉਂਦੀ ਹੈ। ਮਮਤਾ ਬੈਨਰਜੀ ਨੇ 30 ਸਾਲ ਦਾ ਜਿਹੜਾ ਹੈਗਾ ਰਾਜ ਭਾਗ ਜੀ ਕਾਮਰੇਡਾਂ ਦਾ, ਉਹਨੂੰ ਪੱਟਿਆ ਸੀ। ਬਿਲਕੁਲ। ਔਰ ਇਹ ਪੱਟਿਆ ਕਦੋਂ ਸੀ? ਉਸ ਵੇਲੇ ਜਦੋਂ ਕਾਮਰੇਡ ਆਪਣੇ ਸਟੈਂਡ ਤੋਂ ਥਿੜਕ ਗਏ ਜੀ। ਕਿਉਂਕਿ ਕਮਿਊਨਿਸਟਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਮਿਊਨਿਸਟਾਂ ਦਾ ਬੇਸ ਹੈ ਜਿਹੜਾ, ਉਹ ਜਾਂ ਤਾਂ ਕਿਸਾਨ ਹੈ ਅਤੇ ਜਾਂ ਮਜ਼ਦੂਰ ਹੈ ਜੀ। ਮਜ਼ਦੂਰ, ਆਰਗੇਨਾਈਜ਼ਡ ਮਜ਼ਦੂਰ, ਜਿਹਨਾਂ ਨੂੰ ਅਸੀਂ ਕਾਰਖਾਨੇ 'ਚ ਕੰਮ ਕਰਨ ਵਾਲੇ ਕਹਿ ਦਿੰਦੇ ਹਾਂ, ਅਸਲ 'ਚ ਮਜ਼ਦੂਰ ਉਹ ਹੁੰਦੇ ਜੀ। ਸਾਡੇ ਬਹੁਤੇ ਲੋਕ ਇਹ ਸਮਝਦੇ ਕਿ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ, ਅਸੀਂ ਮਜ਼ਦੂਰ ਉਹਨਾਂ ਨੂੰ ਕਹਿੰਦੇ ਹਾਂ। ਉਹ ਖੇਤ ਮਜ਼ਦੂਰ ਤਾਂ ਹੋ ਸਕਦੇ ਹੈ ਜੀ ਜੀ, ਅਸਲ ਦੇ ਵਿੱਚ ਉਹ ਕਿਸਾਨੀ ਦਾ ਹਿੱਸਾ ਬਿਲਕੁਲ ਜੀ। ਉਹ ਜ਼ਮੀਨਾਂ ਦੇ ਮਾਲਕ ਭਾਵੇਂ ਨਹੀਂ ਹੈਗੇ, ਲੇਕਿਨ ਉਹ ਕਿਸਾਨੀ ਦਾ ਹਿੱਸਾ ਹੈ ਔਰ ਉਹ ਖੇਤੀਬਾੜੀ ਕਰਦੇ ਹੈ। ਸੋ ਜਦੋਂ ਕਾਮਰੇਡਾਂ ਨੇ ਨੰਦੀਗ੍ਰਾਮ ਦੇ ਵਿੱਚ ਇੱਕ ਜ਼ਮੀਨ ਦਾ ਵੱਡਾ ਚੰਕ ਜੀ, ਵੱਡਾ ਟੁਕੜਾ ਨੈਣੋ ਕਾਰ ਬਣਾਉਣ ਵਾਸਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇਣ ਦਾ ਫੈਸਲਾ ਕੀਤਾ, ਉਹਦੇ ਖਿਲਾਫ ਉੱਥੋਂ ਦੇ ਲੋਕਾਂ ਨੇ ਜਿਹੜੀ ਹੈਗੀ ਐਜੀਟੇਸ਼ਨ ਕੀਤੀ ਜੀ। ਕਮਿਊਨਿਸਟਾਂ ਦੀ ਐਜੀਟੇਸ਼ਨ ਜਿਹੜੀ ਹੈਗੀ ਹੈ, ਕਮਿਊਨਿਸਟਾਂ ਦੇ ਖਿਲਾਫ ਐਜੀਟੇਸ਼ਨ ਦੀ ਜਿਹੜੀ ਪਹਿਲੀ ਅਗਵਾਈ ਹੈ, ਉਹ ਵੀ ਕਮਿਊਨਿਸਟਾਂ ਨੇ ਕੀਤੀ ਸੀ ਜੀ। ਤੁਹਾਡੇ ਯਾਦ ਹੋਣਾ ਹੈ ਜਦੋਂ CPI ਹੁੰਦੀ ਸੀ ਪਹਿਲਾਂ ਇੱਕੋ ਪਾਰਟੀ ਜੀ, ਫਿਰ CPI ਤੇ CPM 2 ਬਣ ਗਈਆਂ, 64 ਦੇ ਵਿੱਚ ਟੁੱਟ ਗਈ। 64 ਤੋਂ ਬਾਅਦ ਫਿਰ ਇੱਕ ਨਕਸਲਵਾੜੀ ਪਾਰਟੀ ਨਿਕਲ ਆਈ ਸੀ ਜੀ। ਨਕਸਲਵਾੜੀ ਪਾਰਟੀ ਵੀ ਜੇ ਆਪਾਂ ਬੇਸਿਕ ਗੱਲ ਕਰੀਏ ਤਾਂ ਉਹ ਵੀ ਇੱਕ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਔਰ ਉਹਨਾਂ ਨੇ ਵੀ ਉੱਥੇ ਜਿਹੜਾ ਹੈਗਾ ਨਕਸਲਵਾੜੀ ਦੇ ਇਲਾਕੇ ਦੇ ਵਿੱਚ ਜ਼ਮੀਨਾਂ ਜਿਹੜੀਆਂ ਜ਼ਗੀਰਦਾਰਾਂ ਕੋਲੇ ਸੀ, ਉਹਨਾਂ 'ਤੇ ਕਬਜ਼ੇ ਕਰਨ ਦਾ ਯਤਨ ਕੀਤਾ ਸੀ ਜੀ। ਉੱਥੋਂ ਹੀ ਸ਼ੁਰੂਆਤ ਹੋਈ ਸੀ ਇਸ ਲਹਿਰ ਦੀ ਜੀ। ਜਦੋਂ ਲਹਿਰ ਦੀ ਸ਼ੁਰੂਆਤ ਹੋਈ ਸੀ ਤੇ ਇਹੀ ਚੀਜ਼ ਜਿਹੜੀ ਉਹੀ ਨਕਸਲਵਾੜੀ ਗਰੁੱਪ ਸੀ, ਉਹ ਬੰਗਾਲ ਦੇ ਵਿੱਚ ਵੀ ਸੀਗੇ ਜੀ। ਨੰਦੀਗ੍ਰਾਮ ਦੇ ਵਿੱਚ ਜਦੋਂ ਇਹਨਾਂ ਨੇ ਉਹ ਜ਼ਮੀਨ ਲੈਣੀ ਸ਼ੁਰੂ ਕੀਤੀ ਤਾਂ ਉਹਦਾ ਸਭ ਤੋਂ ਪਹਿਲਾ ਵਿਰੋਧ ਕਮਿਊਨਿਸਟਾਂ ਨੇ ਕੀਤਾ ਸੀ, ਨਕਸਲਵਾੜੀਆਂ ਨੇ। ਲੇਕਿਨ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੇ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹੁੰਦੇ ਹੈ, ਉਹਨਾਂ ਨੂੰ
ਵੋਟਾਂ ਵਾਲੀਆਂ ਰੋਟੀਆਂ ਸੇਕਣ ਦਾ ਬਲ ਬਹੁਤ ਹੁੰਦਾ ਹੈ। ਤੇ ਬੀਬੀ ਮਮਤਾ ਬੈਨਰਜੀ ਵੀ ਉਸ ਵੇਲੇ ਪੂਰੀ ਐਕਟਿਵ ਸੀ ਤੇ ਇਹਨਾਂ ਨੇ ਵੀ ਜਾ ਕੇ ਨੰਦੀ ਗ੍ਰਾਮ ਦੇ ਵਿੱਚ ਆਪਣਾ ਝੰਡਾ ਕੱਢ ਦਿੱਤਾ ਜੀ। ਇਹਨਾਂ ਨੇ ਵੀ ਉਸ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਉਹਨੂੰ ਆਪਾਂ ਕਹਾਂਗੇ ਕਿ ਇਹਨਾਂ ਨੇ ਰੈਲੀਆਂ ਵਾਲਾ ਸਿਲਸਿਲਾ ਸ਼ੁਰੂ ਕੀਤਾ ਸੀ। ਉੱਥੋਂ ਗੱਲ ਸ਼ੁਰੂ ਹੋਈ ਤੇ ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚੋਂ ਲਾਲ ਝੰਡਾ ਉਖੇੜ ਕੇ ਪਰੇ ਮਾਰਿਆ ਜੀ ਔਰ ਉੱਥੇ ਆਪਣੀ ਹਕੂਮਤ ਬਣਾ ਲਈ ਜੀ। ਹੁਣ ਕਾਫੀ ਲੰਬੇ ਸਮੇਂ ਤੋਂ ਉੱਥੇ ਹਕੂਮਤ ਕਰ ਰਹੇ ਹੈ। ਇਸ ਵੇਲੇ ਇਸ ਹਕੂਮਤ ਨੂੰ ਪੱਟਣ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਪੂਰਾ ਜ਼ੋਰ ਲਾਇਆ ਜੀ। ਕਹਿਣ ਨੂੰ ਤਾਂ ਇਹ ਕਹਿ ਦਿੰਦੇ ਬਹੁਤ ਸਾਰੇ ਲੋਕ ਕਿ ਉੱਥੇ ਸਿਰਫ ਤੇ ਸਿਰਫ ਸਿੱਧੀ ਲੜਾਈ ਹੈ। ਉਹ ਲੜਾਈ ਹੈ ਬੀਜੇਪੀ ਔਰ ਮਮਤਾ ਬੈਨਰਜੀ ਦੀ TMC ਦੇ ਦਰਮਿਆਨ। ਲੇਕਿਨ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਲੜਾਈ ਹੁਣ 2 ਧਿਰੀ ਨਹੀਂ 3 ਧਿਰੀ ਬਣ ਗਈ ਜੀ। ਕਿਉਂਕਿ ਇੱਕ ਪਾਸੇ CPM ਜਿਹੜੀ ਪਹਿਲਾਂ ਅਲੱਗ ਲੜਦੀ ਹੁੰਦੀ ਸੀ, ਪਿਛਲੀ ਪੋਲਿੰਗ ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਉਦੋਂ ਤੋਂ ਉਹਨਾਂ ਦਾ ਕਾਂਗਰਸ ਪਾਰਟੀ ਨਾਲ ਅੰਡਰਸਟੈਂਡਿੰਗ ਹੋ ਗਈ ਜੀ। ਕਾਂਗਰਸ ਤੇ CPM ਦੋਨੋਂ ਖੱਬਾ ਫਰੰਟ ਆਪਾਂ ਕਹਿ ਸਕਦੇ ਉਹ ਨਾਲ ਇੰਡੀਅਨ ਸੈਕੂਲਰ ਫਰੰਟ ਜੀ। ਇਹ ਇੱਕ ਨਵੀਂ ਜਿਹੜੀ ਹੈਗੀ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਇਹਨਾਂ ਦੇ ਫਰੰਟ ਵਿੱਚ ਆਈ। ਇੰਡੀਅਨ ਸੈਕੂਲਰ ਫਰੰਟ ਜਿਹੜਾ ਹੈਗਾ ਜੀ ਉਹ ਇੱਕ ਮੁਸਲਿਮ ਲੀਡਰ ਨੇ ਬਣਾਇਆ ਹੋਇਆ ਜੀ ਔਰ ਉਹਨੂੰ ਨਾਲ ਲਾ ਕੇ ਉਹ ਮੁਸਲਮਾਨਾਂ ਦੀਆਂ ਵੋਟਾਂ ਵੀ ਲੈਣੀਆਂ ਚਾਹੁੰਦੇ। ਜੀ। ਦੂਜੇ ਪਾਸੇ ਮਿਸਟਰ ਓਬੈਸੀ ਉਹ ਵੀ ਬਿਹਾਰ ਵਾਲੀ ਰਾਜਨੀਤੀ ਇੱਥੇ ਖੇਡਣ ਵਾਸਤੇ ਆ ਗਿਆ ਜੀ। ਬਿਹਾਰ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਮਿਸਟਰ ਓਬੈਸੀ ਨੇ ਆਪਣੇ ਬਲਬੂਤੇ ਤੇ ਚੋਣਾਂ ਲੜੀਆਂ ਸੀ, ਕੁਝ ਸੀਟਾਂ ਉਹ ਲੈ ਗਏ ਸੀ। ਬਿਲਕੁਲ ਬਿਲਕੁਲ। ਪਰ ਕਾਫੀ ਸਾਰੀਆਂ ਸੀਟਾਂ ਹੋ ਜਿਹੜੀਆਂ ਸੈਕੂਲਰ ਫਰੰਟ ਦੀਆਂ ਉਹਨਾਂ ਨੇ ਹਰਵਾਤੀਆਂ ਸੀ। ਉਹਨਾਂ ਦੀ ਬਦੌਲਤ ਜਿਹੜੀਆਂ ਉਹਨਾਂ ਨੇ ਵੋਟਾਂ ਤੋੜੀਆਂ ਉਹਨਾਂ ਦੀ ਬਦੌਲਤ ਹੀ ਨਿਤੀਸ਼ ਕੁਮਾਰ ਤੇ BJP ਦੀ ਸਰਕਾਰ ਉੱਥੇ ਬਣੀ ਵੀ ਜੀ। ਇਵੇਂ ਜਿਵੇਂ ਉਹ ਬੰਗਾਲ ਦੇ ਵਿੱਚ ਵੀ ਆ ਗਏ ਤਾਂ ਉਹਨਾਂ ਨੂੰ ਮਾਰ ਦੇਣ ਵਾਸਤੇ ਜਿਹੜਾ ਸੈਕੂਲਰ ਫਰੰਟ ਇੰਡੀਅਨ ਸੈਕੂਲਰ ਫਰੰਟ ਨੂੰ ਨਾਲ ਲਾਇਆ ਇਹਨਾਂ ਨੇ। ਇਹ ਇੱਕ ਜਿਹੜਾ ਹੈਗਾ ਕਾਫੀ ਮਹੱਤਵਪੂਰਨ ਹੈ। ਔਰ ਤੁਸੀਂ ਦੇਖਿਆ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਲੀ ਹੋਈ ਹੈ ਜੀ। ਉਹ ਰੈਲੀ ਬਹੁਤ ਵਿਸ਼ਾਲ ਰੈਲੀ ਸੀ। ਪਿਛਲੇ ਲੰਬੇ ਅਰਸੇ 'ਚ ਐਡੀ ਵੱਡੀ ਰੈਲੀ ਨਹੀਂ ਹੋਈ ਜਦੋਂ ਦਾ ਕਮਿਊਨਿਸਟਾਂ ਦਾ ਰਾਜ ਭਾਗ ਸਮਾਪਤ ਹੋਇਆ। ਬਿਲਕੁਲ। ਪ੍ਰਬੰਧਕ ਇਹ ਗੱਲ ਕਹਿੰਦੇ ਆ ਕਿ ਰੈਲੀ ਦੇ ਵਿੱਚ 10 ਲੱਖ ਲੋਕ ਸੀ। ਆਪਾਂ 10 ਲੱਖ ਨਾ ਮੰਨੋ ਵਧਾ ਕੇ ਕਰ ਦਿੰਦੇ ਹਮੇਸ਼ਾ। ਆਪਾਂ ਲੱਖ ਲੈ ਲਓ, ਲੱਖ ਲੈ ਲਓ, 2 ਲੱਖ ਲੈ ਲਓ, ਲੇਕਿਨ ਲੱਖ ਬੰਦਾ ਵੀ ਬਹੁਤ ਹੁੰਦਾ, ਕੋਈ ਛੋਟੀ ਗੱਲ ਨਹੀਂ। ਸੋ ਇਸ ਵੇਲੇ ਲੜਾਈ ਉੱਥੇ ਉਹ 3 ਧਿਰੀ ਬਣ ਰਹੀ ਹੈ। ਇਸ 3 ਧਿਰੀ ਲੜਾਈ ਦੇ ਵਿੱਚ ਵੀ ਯੋਗਦਾਨ ਪਾਉਣ ਵਾਲੇ ਲੋਕ ਹੈਗੇ ਜੀ। ਬੰਗਾਲ ਜਿਹੜਾ ਹੈਗਾ ਜੇ ਆਪਾਂ ਦੇਖੀਏ ਬੰਗਾਲ ਤੇ ਪੰਜਾਬ 2 ਰਾਜ ਉਹ ਹੈ ਜਿਨ੍ਹਾਂ ਰਾਜਾਂ ਨੇ ਜੰਗੇ ਆਜ਼ਾਦੀ ਦੀ ਜਿਹੜੀ ਲਹਿਰ ਸੀ ਉਹਦੀ ਅਗਵਾਈ ਕੀਤੀ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਪੰਜਾਬ ਦੇ ਲੋਕ ਬਹਾਦਰ ਹੈ ਤੇ ਤਕਨੀਕੀ ਤੌਰ ਤੇ ਦਿਮਾਗੀ ਤੌਰ ਦੇ ਉੱਤੇ ਬੰਗਾਲੀਆਂ ਦਾ ਕੋਈ ਸਾਨੀ ਨਹੀਂ ਹੈ। ਹੁਣ ਬੰਗਾਲ ਦੇ ਵਿੱਚੋਂ ਜਿੰਨੀਆਂ ਵੀ ਲਹਿਰਾਂ ਉੱਠੀਆਂ ਪੋਜ਼ਿਟਿਵ ਲਹਿਰਾਂ ਉੱਠੀਆਂ। ਬੰਗਾਲ ਦੇ ਵਿੱਚੋਂ ਰਵਿੰਦਰਨਾਥ ਟੈਗੋਰ ਵਰਗੇ ਕਿੱਡੇ ਵੱਡੇ ਕਵੀ ਵੀ ਹੋਏ ਹੈ ਜੀ, ਸਾਹਿਤਕਾਰ ਵੀ ਬੜੇ ਵੱਡੇ ਹੋਏ ਹੈ। ਔਰ ਜੇ ਅਸੀਂ ਲੀਡਰਾਂ ਦੀ ਗੱਲ ਕਰ ਲਈਏ ਲੀਡਰ ਵੀ ਬਹੁਤ ਵੱਡੇ ਹੋਏ ਆ ਬੰਗਾਲ ਦੇ ਵਿੱਚ ਜੀ। ਹੁਣ ਇਹਨਾਂ ਨੇ ਜਿਹੜੀ ਹੈਗੀ ਜੀ ਇੱਕ ਮੋਰਚਾ ਬਣਾਇਆ ਹੈ। ਇਹ ਮੋਰਚਾ ਹੈਗਾ ਫਾਸ਼ੀਵਾਦੀ ਵਿਰੋਧੀ ਮੋਰਚਾ ਜੀ ਕਿ ਫਾਸ਼ੀਵਾਦ ਦੇ ਖਿਲਾਫ ਜਿਹੜਾ ਹੈਗਾ ਉੱਥੋਂ ਦੇ ਕਲਾਕਾਰ, ਲੇਖਕ ਜੀ, ਕਵੀ, ਕਿਸਾਨ, ਵਿਦਿਆਰਥੀ ਇਹ ਸਾਰੇ ਦੇ ਸਾਰੇ ਇਕੱਠੇ ਹੋ ਕੇ 4 ਮਾਰਚ ਨੂੰ ਜੀ ਮੋਦੀ ਦਾ ਜਿਹੜਾ ਫਾਸ਼ੀਵਾਦੀ ਹਕੂਮਤ ਹੈ ਇਹਦੇ ਖਿਲਾਫ ਇਹਨਾਂ ਨੇ ਉੱਥੇ ਇੱਕ ਇਕੱਤਰਤਾ ਕਰਨ ਦਾ ਫੈਸਲਾ ਕੀਤਾ, ਇਕੱਠ ਕਰਨ ਦਾ ਫੈਸਲਾ ਕੀਤਾ ਹੈ ਕਿ ਇਹ ਇਕੱਠ ਹੈ ਜਿਹੜਾ ਇਹ BJP ਦੇ ਖਾਤਮੇ ਦਾ ਮੁੱਢ ਬਣੂਗਾ ਜੀ। ਇਹਦੇ ਵਾਸਤੇ ਪ੍ਰਬੰਧਕਾਂ ਨੇ ਅਪਰੋਚ ਕੀਤੀ ਜੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਅਪਰੋਚ ਕੀਤੀ ਤੇ ਉਹ ਅਪਰੋਚ ਕਿਸਾਨ ਮੋਰਚੇ ਵਾਲਿਆਂ ਕੋਲ ਵੀ ਆ ਗਈ ਜੀ। ਹੁਣ ਕਿਸਾਨ ਮੋਰਚੇ ਵਾਲਿਆਂ ਨੇ ਵੀ ਫੈਸਲਾ ਕਰ ਲਿਆ। ਵੈਸੇ ਤਾਂ ਫੈਸਲਾ ਇਹਨਾਂ ਨੇ ਅੰਦਰ ਖਾਤੇ ਇਹ ਕੀਤਾ ਹੋਇਆ ਕਿ ਇਸ ਕੰਪੇਨ ਦੇ ਵਿੱਚ ਪੂਰੀ ਤਰ੍ਹਾਂ ਭਾਗ ਲਵਾਂਗੇ ਜੀ। ਇਹ ਵੀ ਕਿਹਾ ਜਾਂਦਾ ਕਿ ਕੁਝ ਸ਼ਾਇਦ ਜਿਹੜਾ ਟਰੈਕਟਰ ਮਾਰਚ ਹੈ ਉਹ ਬੰਗਾਲ ਦੇ ਵਿੱਚ ਵੀ ਕੱਢਿਆ ਜਾਵੇ, ਉਧਰ ਨੂੰ ਵੀ ਜਾਣਗੇ। ਲੇਕਿਨ ਜਿਹੜੀ ਫਿਲਹਾਲ ਜਿਹੜਾ ਆ ਫਾਸ਼ੀਵਾਦੀ ਵਿਰੋਧੀ ਮੋਰਚਾ ਤੇ ਉਹਨਾਂ ਦੀ ਰੈਲੀ ਹੈ, ਇਸ ਰੈਲੀ ਦੇ ਵਿੱਚ ਕਿਸਾਨ ਮੋਰਚੇ ਨੇ ਆਪਣੇ ਮੁੱਖ ਬੁਲਾਰੇ ਵਜੋਂ ਜੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਡਿਊਟੀ ਲਾਤੀ ਕਿਉਂਕਿ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਜਿਹੜਾ ਹੈਗਾ ਉਹ ਕ੍ਰਾਂਤੀਕਾਰੀ ਯੂਨੀਅਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜੀ। ਲੇਕਿਨ ਉਸ ਬੰਦੇ ਦੀ ਹਿੰਦੀ ਤੇ ਵੀ ਕਮਾਂਡ ਹੈ ਤੇ ਅੰਗਰੇਜ਼ੀ ਤੇ ਵੀ। ਅੱਛਾ ਜੀ। ਕਿਉਂਕਿ ਬੰਗਾਲ ਦੇ ਵਿੱਚ ਜਾ ਕੇ ਸਾਡੇ ਵਾਲੀ ਗੱਲ ਨਹੀਂ ਚੱਲਦੀ। ਉੱਥੇ ਅੰਗਰੇਜ਼ੀ ਗਰਾਰੀਆਂ ਨਹੀਂ, ਉੱਥੇ ਅੰਗਰੇਜ਼ੀ ਬੋਲਣ ਵਾਲਾ ਬੰਦਾ ਚਾਹੀਦਾ। ਅੰਗਰੇਜ਼ੀ ਬੋਲਣ ਵਾਲੇ ਬੰਦੇ 2-3 ਹੀ ਹੈ ਕਿਸਾਨ ਮੋਰਚੇ ਦੇ ਵਿੱਚ। ਬਲਵੀਰ ਸਿੰਘ ਰਾਜੇਵਾਲ ਹੈ, ਡਾਕਟਰ ਦਰਸ਼ਨਪਾਲ ਵਗੈਰਾ ਉਹ ਹੈਗੇ ਤੇ ਜਾਂ ਮਤਲਬ ਜਿਹੜਾ ਹੈਗਾ ਨਵੇਂ ਮੁੰਡਿਆਂ ਦੇ ਵਿੱਚੋਂ ਇਹ ਬੰਦਾ ਇਹਦੀ ਡਿਊਟੀ ਲਈ ਹੈ। ਸੋ ਬੜਾ ਮਹੱਤਵਪੂਰਨ ਹੈ ਕਿ ਪੰਜਾਬ ਦੇ ਕਿਸਾਨ ਜਾ ਕੇ ਉੱਥੇ ਜਿਹੜੀ ਹੈਗੇ ਪੰਜਾਬ ਦੀ ਕਿਸਾਨੀ ਜਾਂ ਆਪਾਂ ਕਹਿ ਦਈਏ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜੀ, ਉਹ ਜਿਹੜੇ 3 ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਕਿਵੇਂ ਲੜ ਰਹੀ ਹੈ। ਔਰ ਉੱਥੋਂ ਇੱਕ ਮੈਸੇਜ ਵੀ ਜਾਣਾ ਹੈ ਕਿ ਇਹ ਜਿਹੜੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਇਕੱਲੀ ਫਾਸ਼ੀਵਾਦੀ ਨਹੀਂ ਜੀ, ਸਗੋਂ ਇਹ ਕਿਸਾਨ ਵਿਰੋਧੀ ਵੀ ਹੈ।
ਔਰ ਇਹ ਮੈਸੇਜ ਜਿਹੜਾ ਜਾਊਗਾ, ਮੈਸੇਜ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਮੁਤਾਬਕ ਕਾਫੀ ਮਹੱਤਵਪੂਰਨ ਹੋਊਗਾ ਜੀ। ਇਸ ਕਰਕੇ ਇਹ ਖਬਰ ਨੂੰ ਬੜੀ ਪ੍ਰਮੁੱਖਤਾ ਦੇ ਨਾਲ ਅੱਜ ਕੁਝ ਅਖਬਾਰਾਂ ਨੇ ਆਪਣੇ ਫਰੰਟ ਪੇਜ ਦੇ ਉੱਤੇ ਛਾਪਿਆ ਜੀ। ਤੇ ਖਬਰ ਬਣਦੀ ਵੀ ਫਰੰਟ ਪੇਜ ਦੀ। ਕਿਉਂਕਿ ਜੇ ਕਿਸਾਨੀ ਮੋਰਚੇ ਦੀ ਤੁਸੀਂ ਇਹ ਵੀ ਇਹ ਅਹਿਮੀਅਤ ਮਹਿਸੂਸ ਹੋਣ ਲੱਗੀ ਹੈ ਜੀ ਕਿ ਐਡੇ ਵੱਡੇ ਜਿਹੜਾ ਉਹਨਾਂ ਦਾ ਫੰਕਸ਼ਨ ਹੈ ਤੇ ਉਸ ਫੰਕਸ਼ਨ ਦੇ ਵਿੱਚ ਇਹਨਾਂ ਨੂੰ ਬੁਲਾਇਆ ਜਾਵੇ, ਇਹ ਕੋਈ ਛੋਟੀ ਗੱਲ ਨਹੀਂ, ਕਾਫੀ ਵੱਡੀ ਗੱਲ ਹੈ। ਵੈਸੇ ਢਿੱਲੋਂ ਸਾਹਿਬ, ਕਿਸਾਨੀ ਮਸਲੇ ਦੇ ਉੱਤੇ ਚਲੋ ਕਿਸਾਨਾਂ ਦਾ ਸੰਘਰਸ਼ ਹੈ, ਉੱਥੇ ਵੀ ਕਿਸਾਨ ਨੇ, ਕਿਉਂਕਿ ਭਾਰਤ ਜਿਹੜਾ ਹੈ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਖੇਤੀਬਾੜੀ ਸੰਬੰਧਿਤ ਹੈ। ਹਰ ਵਿਅਕਤੀ ਜਿਹੜਾ ਹੈ ਉਹ ਕਿਵੇਂ ਨਾ ਕਿਵੇਂ ਕਰਕੇ ਖੇਤੀ ਤੇ ਆਧਾਰਿਤ ਹੈ, ਬਿਲਕੁਲ, ਭਾਵੇਂ ਉਹਦੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ। ਪਰ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਜਿਸ ਢੰਗ ਦੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਮਮਤਾ ਬੈਨਰਜੀ ਨੂੰ ਠਿੱਬੀ ਲਾਉਣ ਦੇ ਲਈ ਬੀਜੇਪੀ ਪੱਬਾਂ ਪਾਰ ਹੋਈ ਵੀ ਹੈ, ਬਿਲਕੁਲ, ਡੂ ਐਂਡ ਡਾਈ, ਹਾਂਜੀ, ਬਾਈ ਹੁੱਕ ਐਂਡ ਕਰੁੱਕ। ਹਾਂਜੀ ਹਾਂਜੀ। ਇੱਥੇ ਕਿਤੇ ਨਾ ਕਿਤੇ ਨਜ਼ਰ ਤੁਹਾਨੂੰ ਲੱਗਦਾ ਹੈ ਕਿ ਵਿਰੋਧੀ ਧਿਰਾਂ, ਜੇ ਹੁਣ ਇਕੱਠ ਤਾਂ ਬੜਾ ਹੋ ਰਿਹਾ ਕਿ ਜੇ ਇਕੱਠੀਆਂ ਹੋ ਜਾਣ ਕੀ ਹੁੰਦੀਆਂ ਨਜ਼ਰ ਆਉਂਦੀਆਂ ਨੇ? ਜੇ ਅੜਿੱਕਾ ਤਾਂ ਕੌਣ ਅੜਿੱਕਾ ਪਾ ਸਕਦਾ? ਦੇਖੋ, ਇਹਦੇ 'ਚ ਬੜੀ ਪ੍ਰੋਬਲਮ ਹੈ। ਜੇ ਆਪਾਂ ਕਹੀਏ ਕਿ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ, ਪਹਿਲੀ ਗੱਲ ਤਾਂ ਮਮਤਾ ਬੈਨਰਜੀ ਆਈ ਹੈ ਕਾਂਗਰਸ ਚੋਂ ਨਿਕਲ ਕੇ। ਕਾਂਗਰਸ ਮਮਤਾ ਬੈਨਰਜੀ ਦੇ ਨਾਲ ਆਪਣਾ ਸਮਝੌਤਾ ਕਰਕੇ ਰਹਿੰਦਾ ਖੂੰਦਾ ਵਜੂਦ ਵੀ ਆਪਣਾ ਖਤਮ ਨਹੀਂ ਕਰਨਾ ਚਾਹੁੰਦੀ ਜੀ। ਉਹ ਕੌਮੀ ਪਾਰਟੀ ਹੈ, ਉਹ ਆਪਣਾ ਵਜੂਦ ਖਤਮ ਕਿਉਂ ਕਰਨਗੇ? ਜਿੱਥੋਂ ਤੱਕ ਲੈਫਟ ਵਾਲਿਆਂ ਦਾ ਸਵਾਲ ਹੈ, ਮਮਤਾ ਬੈਨਰਜੀ ਨੇ ਲੈਫਟ ਤੋਂ ਹਕੂਮਤ ਖੋਹੀ ਹੈ ਜੀ। ਉਹਨਾਂ ਨੂੰ ਇਹ ਐਲਰਜੀ ਤਾਂ ਹੈ। ਮਮਤਾ ਬੈਨਰਜੀ ਨੇ ਜਦੋਂ ਲੈਫਟ ਵਾਲਿਆਂ ਤੋਂ ਹਕੂਮਤ ਖੋਹੀ, ਉਸ ਤੋਂ ਬਾਅਦ ਤਸ਼ੱਦਦ ਦਾ ਦੌਰਾ ਸ਼ੁਰੂ ਹੋਇਆ ਉੱਥੇ ਜੀ। ਇਹਨੇ ਲੈਫਟ ਵਾਲਿਆਂ ਨੂੰ ਸਵਾਰ ਕੇ ਕੁੱਟਿਆ, ਪਰਚੇ ਪੁਰਚੇ ਵੀ ਦਿੱਤੇ, ਉਹਨਾਂ ਦਾ ਸਾਰਾ ਕੁਝ ਹੋਇਆ ਕਿਉਂਕਿ ਲੈਫਟ ਕਮਜ਼ੋਰ ਹੋ ਗਿਆ, ਕਾਂਗਰਸ ਪਾਰਟੀ ਕਮਜ਼ੋਰ ਹੋ ਗਈ। ਜਿਹੜਾ ਲੈਫਟ ਦਾ ਕਾਡਰ ਸੀ ਉਹ ਜਾਵੇ ਤਾਂ ਜਾਵੇ ਕਿੱਧਰ? ਇਹ ਉਹਨਾਂ ਵਾਸਤੇ ਇੱਕ ਵੱਡਾ ਸੰਕਟ ਖੜਾ ਹੋ ਗਿਆ ਕਿ ਆਪਾਂ ਕੀ ਕਰੀਏ। ਅੰਦਰੂਨੀ ਗੱਲਾਂ ਦਾਨੇ ਵਾਲੀਆਂ ਸਾਹਿਬ ਜਿਹੜੀਆਂ ਮੈਂ ਤੁਹਾਨੂੰ ਦੱਸਾਂ, ਕਿਉਂਕਿ ਲੈਫਟ ਬਾਰੇ ਮੇਰੀ ਪਕੜ ਜਿਹੜੀ ਹੈਗੀ ਦੂਜਿਆਂ ਨਾਲੋਂ ਜ਼ਿਆਦਾ ਹੈਗੀ ਹੈ, ਮੇਰੀ ਦਿਲਚਸਪੀ ਹੈ ਉਧਰ। ਹੋਇਆ ਕੀ ਕਿ ਬੰਗਾਲ ਦੇ ਵਿੱਚ ਜਿਹੜੇ ਤੁਹਾਡੇ ਬਲਾਕਾਂ ਦੇ ਦਫ਼ਤਰ ਜੀ, ਪਿੰਡਾਂ ਦੇ ਦਫ਼ਤਰ, ਇੱਥੋਂ ਤੱਕ ਕਿ ਜ਼ਿਲ੍ਹਿਆਂ ਦੇ ਦਫ਼ਤਰ, ਜਿਹੜੇ CPM ਦੇ ਦਫ਼ਤਰ ਸੀ, ਰਾਤੋਂ ਰਾਤ ਜਿਹੜੇ CPM ਜਿੱਥੇ ਲਿਖਿਆ ਹੁੰਦਾ ਸੀ ਧਰਤੀ ਘੋੜੇ ਦੇ ਨਿਸ਼ਾਨ ਹੁੰਦੇ ਸੀ, ਉਹ ਨਿਸ਼ਾਨ ਮਿਟੇ ਤੇ ਬਿਲਕੁਲ ਉੱਚੀ ਫੇਰਤੀ ਔਰ ਉੱਥੇ ਕਮਲ ਦਾ ਨਿਸ਼ਾਨ ਬਣ ਗਿਆ। ਮਤਲਬ ਉਹਨਾਂ ਦਾ ਕਾਡਰ ਹੀ ਸ਼ਿਫਟ ਨਹੀਂ ਹੋਇਆ CPM ਦਾ। ਅੱਛਾ, ਬੀਜੇਪੀ ਨੂੰ ਨਾਲ ਦਫ਼ਤਰ ਵੀ ਦੇ ਔਰ ਜੇ ਬੀਜੇਪੀ ਹੁਣ ਇਹ ਕਹੀ ਜਾਂਦੀ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂ ਦੇ ਉੱਤੇ ਉਹ ਤਕੜੇ ਹੋ ਰਹੇ, ਉਹਦੇ ਤੇ ਨਹੀਂ ਤਕੜੇ ਹੋ ਰਹੇ। ਅਸਲ ਦੇ ਵਿੱਚ ਕੁਝ ਗਲਤੀਆਂ ਆਪਦੀਆਂ ਵੀ ਹੁੰਦੀਆਂ। ਜਿਹੜੀਆਂ ਗਲਤੀਆਂ ਮਮਤਾ ਬੈਨਰਜੀ ਨੇ ਕੀਤੀਆਂ, ਉਹਨਾਂ ਗਲਤੀਆਂ ਦਾ ਨਤੀਜਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ। ਜਦੋਂ ਕੰਪੇਅਰ ਕਰਦੇ ਹਾਂ ਜੀ, ਪੰਜਾਬ ਦੇ ਵਿੱਚ 10 ਸਾਲ ਰਹੀ ਹੈ ਅਕਾਲੀਆਂ ਦੀ ਸਰਕਾਰ। ਅਕਾਲੀਆਂ ਦੀ ਸਰਕਾਰ ਨੇ ਕਾਂਗਰਸੀਆਂ ਨੂੰ ਭਜਾ ਕੇ ਕੁੱਟਿਆ ਸੀ, ਬਹੁਤ ਪਰਚੇ ਦੇਣ ਦੀ ਕੋਈ ਕਸਰ ਨਹੀਂ ਛੱਡੀ। ਔਰ ਕਾਂਗਰਸ ਦਾ ਕਾਡਰ ਜਿਹੜਾ ਹੈਗਾ ਉਬਲਦਾ ਫਿਰਦਾ ਸੀ ਕਿ ਸਾਡਾ ਰਾਜ ਭਾਗ ਆ ਲੈਂਦੇ, ਜਿੱਦੇ ਸਾਡਾ ਰਾਜ ਭਾਗ ਆ ਗਿਆ ਨਾ ਉਦੋਂ ਅਸੀਂ ਇਹ ਕਰਾਂਗੇ ਤੇ ਇਹ ਕਰਾਂਗੇ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। ਇੱਕ ਥਾਣੇਦਾਰ ਹੁੰਦਾ ਸੀ ਚਮੇਲੀ, ਹਾਂ ਜੀ, ਬਾਦਲ ਕਾਡਰ ਵਾਲਾ, ਲੰਬੀ ਕਾਡਰ ਲੱਗਿਆ ਹੁੰਦਾ ਸੀਗਾ ਲੰਬੀ ਥਾਣੇ 'ਚ। ਉਹਨੇ ਬਹੁਤ ਕੋਈ ਛੱਡਿਆ ਨਹੀਂ ਕਾਂਗਰਸੀ ਲੰਬੀ ਥਾਣੇ ਦੇ ਵਿੱਚ, ਇਹਨੂੰ ਕੁੱਟ ਕੇ ਕਾਲੀਆਂ ਦੇ ਨਾਲ ਲਾਇਆ। ਬਥੇਰਿਆਂ ਲੋਕਾਂ ਤੇ ਪਰਚੇ ਦਿੱਤੇ ਔਰ ਉੱਥੋਂ ਦੇ ਕਾਂਗਰਸੀ ਸ਼ਰੇਆਮ ਕਹਿੰਦੇ ਸੀ ਕਿ ਜਿੱਦੇ ਸਾਡੀ ਹੁਕੂਮਤ ਆ ਗਈ ਨਾ, ਇਸ ਬੰਦੇ ਨੂੰ ਜਿਉਂਦਾ ਸਾੜ ਦੇਣਗੇ ਜੀ। ਇਹ ਗੱਲ ਕਹਿੰਦੇ ਹੁੰਦੇ ਸੀ, ਪਰ ਚਮੇਲੀ ਨੂੰ ਤਾਂ ਕਿਸੇ ਨੇ ਡਿਸਮਿਸ ਵੀ ਨਹੀਂ ਕੀਤਾ, ਨਾ ਉਹਨੂੰ ਹੱਥ ਵੀ ਨਹੀਂ ਲਾਇਆ, ਸਸਪੈਂਡ ਵੀ ਨਹੀਂ ਕੀਤਾ। ਉਹ ਬੰਦਾ ਨੌਕਰੀ ਕਰ ਰਿਹਾ ਇਸ ਵੇਲੇ। ਇਸੇ ਤਰੀਕੇ ਹੋਰ ਵੀ ਕੁਝ ਲੋਕ ਹੈਗੇ ਆ ਤੁਹਾਡੇ ਵਾਕਫਕਾਰ ਵੀ ਹੈਗੇ, ਉਹ ਰਿਟਾਇਰ ਵੀ ਹੋ ਗਏ, ਕਸਰ ਉਹਨਾਂ ਨੇ ਵੀ ਨਹੀਂ ਕੁਛ ਛੱਡੀ। ਪਰ ਮੈਨੂੰ ਇੱਕ ਗੱਲ ਦੱਸੋ ਵੀ ਕੀ ਕਿਸੇ ਅਕਾਲੀ ਦਲ ਦੇ ਵਰਕਰ ਤੇ ਜੀ ਪੰਜਾਬ ਦੇ ਵਿੱਚ ਝੂਠਾ ਪਰਚਾ ਦਿੱਤਾ ਗਿਆ? ਨਹੀਂ। ਤੁਹਾਡੀ ਨਜ਼ਰ ਚ ਆਉਂਦਾ ਹੈ ਕਿ ਅਕਾਲੀ ਦਲ ਵਾਲਿਆਂ ਨੇ ਇਸ ਗੱਲ ਦੇ ਉੱਤੇ ਕਦੇ ਮੋਰਚਾ ਲਾਇਆ ਕਿ ਸਾਡੇ ਬੰਦੇ ਤੇ ਆਹ ਪਰਚੇ ਦੇ? ਨਾ, ਬਿਲਕੁਲ ਨਹੀਂ। ਥੋੜਾ ਮੋਟਾ ਦਾ ਖੜਕਾ ਕਹੀ ਜਾਂਦੇ ਆ। ਉਹ ਲੀਡਰਾਂ ਦੀ ਆਪਸ ਵਿੱਚ ਖਾਏਬਾਜ਼ੀ ਹੈ। ਜਿਵੇਂ ਮਿਸਾਲ ਦੇ ਤੌਰ ਤੇ ਅਸੀਂ ਦੇਖੀਏ ਕਿ ਦੋ ਲੀਡਰ ਇੱਕ ਹਲਕੇ ਦੇ ਵਿੱਚ, ਉਹਨਾਂ ਲੀਡਰਾਂ ਦਾ ਆਪਸੀ ਟਕਰਾਅ ਹੋ ਗਿਆ। ਉਹ ਕਹਿੰਦਾ ਮੇਰੀ ਇੱਥੇ ਜਿਹੜੀ ਹੈਗੀ ਹੈ ਇੱਕ ਅਧਿਕਾਰ ਹੈ, ਉਹ ਕਹਿੰਦਾ ਵੀ ਮੇਰਾ ਹੋਣਾ ਚਾਹੀਦਾ। ਉਹਨਾਂ ਲੋਕਾਂ ਨੇ ਮਤਲਬ ਜਿਹੜੇ ਹੈਗੇ, ਚਲੋ ਵੋਟਾਂ ਦੇ ਵਿੱਚ ਵੀ ਉਹਨਾਂ ਦਾ ਰੌਲਾ ਪੈਂਦਾ ਹੈ, ਪਰਚੇ ਵੀ ਇੱਕ ਦੂਜੇ ਦੇ ਖਾਰਜ ਕਰਵਾ ਦਿੰਦੇ, ਨੋਮੀਨੇਸ਼ਨ ਪੇਪਰ ਵੀ ਕਰਵਾਉਂਦੇ, ਜਿਹਦੀ ਹੁਕੂਮਤ ਹੁੰਦੀ ਹੈ ਉਹ ਕਰਵਾ ਦਿੰਦਾ, ਧੱਕਾ ਮੁੱਕੀ ਵੀ ਕਰਦੇ ਸਾਰਾ ਕੁਝ। ਲੇਕਿਨ ਜਿਹੜਾ ਗ੍ਰਾਸ ਰੂਟ ਲੈਵਲ ਤੇ ਜੇ ਆਪਾਂ ਜ਼ਮੀਨੀ ਪੱਧਰ ਤੇ ਕਹਿ ਦਈਏ ਕਿ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਪਰਚੇ ਦਰਜ ਨਹੀਂ ਹੋਏ ਜੀ। ਹੁਣ ਇਹਦਾ ਅਸਰ ਕੀ ਹੋਇਆ? ਇਹਦਾ ਅਸਰ ਹੋਇਆ ਕਿ ਕੈਪਟਨ ਸਰਕਾਰ ਦੇ ਖਿਲਾਫ ਜਿਹੜੇ ਪਿੰਡਾਂ ਦੇ ਆਮ ਅਕਾਲੀ ਹੈ ਜੀ, ਪਿੰਡ ਪੱਧਰ ਦੇ ਅਕਾਲੀ, ਉਹਨਾਂ 'ਚ ਬੇਚੈਨੀ ਹੈ। ਅਕਾਲੀ ਦਲ ਵਾਲੇ ਹੁਣ ਰੈਲੀਆਂ ਕਰਦੇ ਹੈ, ਰੈਲੀਆਂ ਦੇ ਵਿੱਚ ਫਾਰਚੂਨਰ ਵਾਲੇ ਤਾਂ ਸਾਰੇ ਆ ਜਾਂਦੇ ਆ, ਪਰ ਜਿਸ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਉੱਥੋਂ ਅਕਾਲੀ ਕਾਡਰ ਤੁਰਦਾ ਨਹੀਂ। ਉਹਦਾ ਕਾਰਨ ਕੀ ਹੈ? ਵੱਡੀ ਗੱਲ, ਕਿਉਂਕਿ ਜੱਬੇ ਬਾਣ ਲਾਗੇ ਤਵੇ ਰੋਸ ਚੱਕ ਵਾਲੀ ਗੱਲ ਨਹੀਂ। ਕੈਪਟਨ ਅਮਰਿੰਦਰ ਨੇ ਬਹੁਤ ਹੀ ਚੁਸਤੀ ਦੇ ਨਾਲ ਜੀ ਸਾਰਾ ਕੁਝ ਦੇਖ ਕੇ ਕਿ ਜੇ ਇਹਨਾਂ ਦੇ ਉੱਤੇ ਆਪਾਂ ਤਸ਼ੱਦਦ ਸ਼ੁਰੂ ਕਰ ਦਿੱਤਾ, ਕਰਮ ਦਾ ਪ੍ਰਤੀਕਰਮ ਹੋਣਾ ਜੀ, ਐਕਸ਼ਨ ਦਾ ਰਿਐਕਸ਼ਨ ਹੋਣਾ, ਇਹ ਲੋਕ ਖੜੇ ਹੋਣਗੇ। ਉਹ ਲੋਕ ਬੈਠੇ
2007 ਤੋਂ ਪਹਿਲਾਂ ਜਿਹੜਾ 2004 ਤੋਂ 2 ਤੋਂ ਲੈ ਕੇ 7 ਤੱਕ ਦੀ ਸਰਕਾਰ ਸੀ, ਉਸ ਸਰਕਾਰ ਦੌਰਾਨ ਵੀ ਇਹੀ ਹੋਇਆ ਸੀ। ਬਾਦਲ ਪਰਿਵਾਰ ਤੇ ਪਰਚੇ ਹੋ ਗਏ ਸੀ, ਲੇਕਿਨ ਅਕਾਲੀ ਕਾਡਰ ਤੇ ਨਹੀਂ ਹੋਏ ਸੀ। ਤੇ ਮਾਲਵੇ ਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਹਕੂਮਤ ਭਾਵੇਂ ਬਾਦਲਾਂ ਦੀ ਬਣ ਗਈ ਸੀ, ਜੀ ਮਾਲਵੇ ਦੇ ਵਿੱਚੋਂ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਬੜੀ ਮਜ਼ਬੂਤ ਹੋ ਕੇ ਨਿਕਲੀ ਸੀ। ਇਹ ਜਿਹੜੀ ਉਹ ਗਲਤੀ ਮਮਤਾ ਬੈਨਰਜੀ ਨੇ ਉੱਥੇ ਕਰ ਲਈ ਜੀ, ਲੈਫਟ ਦੇ ਕਾਡਰ ਨੂੰ ਕੁੱਟ ਕੇ। ਉਹ ਲੈਫਟ ਦਾ ਕਾਡਰ ਉਸ ਪਾਸੇ, ਹੁਣ ਲੈਫਟ ਨੂੰ ਤਾਂ ਆਪਣਾ ਕਾਡਰ ਬਚਾਉਣ ਦੀ ਗੱਲ ਬਿਲਕੁਲ ਉਹਨਾਂ ਨੂੰ ਤਾਂ ਇਹ ਕਿ ਜਿਹੜੇ ਬੀਜੇਪੀ ਨਾਲ ਚੜ ਗਏ ਉਹ ਲੈ ਲਈਏ, ਲਹਾ ਲਈਏ ਕਿਤੇ। ਇਹ ਜੇ ਉਹ ਸਮਝੌਤਾ ਕਰ ਗਏ, ਜਿਹੜਾ ਉਹਨਾਂ ਕੋਲ ਰਹਿੰਦਾ ਉਹ ਵੀ ਉੱਡ ਜੂਗਾ। ਉਹ ਹੁਣ ਆਪਣਾ ਪੱਲਾ ਬਚਾਉਣ ਦੇ ਚੱਕਰ 'ਚ ਹੈ ਕਾਂਗਰਸ ਵੀ। ਇਹਦਾ ਮਤਲਬ ਬੀਜੇਪੀ ਨੂੰ ਫਾਇਦਾ ਹੋਊਗਾ? ਨਹੀਂ, ਬੀਜੇਪੀ ਨੂੰ ਫਾਇਦਾ ਨਹੀਂ ਹੁੰਦਾ। ਇਹਨੂੰ ਦੂਜੇ ਪਾਸੇ ਦੇਖੋ, ਬੀਜੇਪੀ ਨੂੰ ਫਾਇਦਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਲੈਫਟ ਵਾਲਿਆਂ ਨੇ ਜਿਹੜਾ ਕਾਡਰ ਬੀਜੇਪੀ ਨਾਲ ਚੜ ਗਿਆ ਜੀ, ਜੇ ਉਸ ਕਾਡਰ ਦੇ ਵਿੱਚੋਂ ਕੁਝ ਹਿੱਸੇ ਨੂੰ ਤੋੜ ਕੇ ਆਪਣੇ ਨਾਲ ਲੈ ਆਉਂਦੇ, ਇਹ ਤਾਂ ਤੁਸੀਂ ਮੰਨ ਲਓ ਨਾ ਕਿ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਲੈਫਟ ਵਾਲੇ ਹੋਣ ਜੀ, ਉਹ ਕਿਸੇ ਕੀਮਤ ਦੇ ਉੱਤੇ ਜਾ ਕੇ ਮਮਤਾ ਬੈਨਰਜੀ ਨੂੰ ਤਾਂ ਮੁੱਖ ਮੰਤਰੀ ਬਰਦਾਸ਼ਤ ਕਰ ਸਕਦੇ, ਲੇਕਿਨ ਬੀਜੇਪੀ ਦਾ ਬੰਗਾਲ ਦੇ ਵਿੱਚ ਜਿਹੜਾ ਹੈਗਾ ਰਾਜ ਸਥਾਪਿਤ ਹੋ ਜੇ, ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਆਫਟਰ ਦਾ ਇਲੈਕਸ਼ਨ ਜਿਹੜੀ ਹੈਗੀ ਹੈ, ਜਿਹੜਾ ਤੀਜੇ ਧੜੇ ਦੇ ਕੋਲੇ ਜਿੰਨੀਆਂ ਵੋਟਾਂ ਹੋਣ, ਜਿੰਨੀਆਂ ਸੀਟਾਂ ਆਉਣਗੀਆਂ, ਹੁਣ ਜਿਹੜੇ ਇਸ ਵੇਲੇ ਸਰਵੇਖਣ ਆ ਰਹੇ ਹੈ ਜੀ, ਸਰਵੇਖਣਾਂ ਦੇ ਵਿੱਚ ਤਾਂ ਇਹ ਆ ਰਿਹਾ ਕਿ ਸਭ ਤੋਂ ਪਾਪੂਲਰ ਜਿਹੜੀ ਹੈਗੀ ਹੈ ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਜੇ ਦੇਖੀਏ ਤਾਂ ਮਮਤਾ ਬੈਨਰਜੀ 47-48% ਤੇ ਜਾਂਦੀ ਹੈ। ਜਿਹੜਾ ਉਹਦਾ ਵਿਰੋਧੀ ਹੈ ਦਲੀਪ ਘੋਸ਼ ਕੇ ਕੀ ਹੈ, ਉਹ 20-22 ਤੇ ਫਿਰਦਾ, ਡਬਲ ਹੋ ਗਿਆ। ਜੇ ਇਸੇ ਲਿਹਾਜ਼ ਦੇ ਨਾਲ ਵੋਟਾਂ ਪੈਂਦੀਆਂ ਜੀ, ਔਰ ਇਹਦੇ ਨਾਲ ਮਮਤਾ ਬੈਨਰਜੀ ਨੂੰ ਦਿਖਾਉਂਦੇ ਕਿ ਮਮਤਾ ਬੈਨਰਜੀ ਇੱਕ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ, ਉਹਦੀ ਪਾਰਟੀ TMC, ਤਾਂ ਉਹ ਵੱਡੀ ਪਾਰਟੀ ਪਹਿਲੀ ਗੱਲ ਤਾਂ ਮੈਜੋਰਿਟੀ ਲੈਂਦੀ ਹੈ। ਜੇ ਉਹ ਮੈਜੋਰਿਟੀ ਨਹੀਂ ਵੀ ਲੈਂਦੀ ਤੇ ਸਰਕਾਰ ਬਣਾਉਣ ਵਾਸਤੇ ਫਿਰ ਉਹਨੂੰ ਬੰਦੇ ਤਾਂ ਕੁਝ ਚਾਹੀਦੇ। ਬਿਲਕੁਲ। ਤੇ CPM ਵਾਲੇ ਤੇ ਕਾਂਗਰਸ ਵਾਲੇ ਮਿਲਾ ਕੇ, ਲੈਫਟ ਵਾਲੇ ਤੇ ਕਾਂਗਰਸ ਵਾਲੇ ਮਿਲਾ ਕੇ ਜੇ 35-40 ਬੰਦੇ ਵੀ ਆ ਜਾਂਦੇ ਤੇ 35-40 ਬੰਦੇ ਨਾਲ ਤਾਂ ਕੁਝ ਦੀ ਕੁਝ ਹੋ ਜਾਂਦਾ। ਹਾਂ ਬਿਲਕੁਲ। ਇਸ ਕਰਕੇ ਉਹ ਬੀਜੇਪੀ ਨੂੰ ਨਹੀਂ ਬਰਦਾਸ਼ਤ ਕਰਨਗੇ ਉੱਥੇ, ਇਹ ਮੇਰਾ ਮੰਨਣਾ ਹੈ ਜੀ। ਤੇ ਢਿੱਲੋਂ ਸਾਹਿਬ, ਕੈਪਟਨ ਨੇ ਮੁੜ ਆਪਦਾ ਲੈਫਟੀਨੈਂਟ ਜਿਹੜਾ ਟੀਮ 'ਚ ਸ਼ਾਮਲ ਕਰ ਲਿਆ। ਇਹਨੂੰ ਆਪਾਂ ਕੈਪਟਨ ਦਾ ਲੈਫਟੀਨੈਂਟ ਨਹੀਂ ਕਹਿ ਸਕਦੇ, ਲੈਫਟੀਨੈਂਟ ਤਾਂ ਬਹੁਤ ਬੰਦਿਆਂ ਦਾ ਰਿਹਾ ਜੀ। ਪਹਿਲਾਂ ਦੇਖੀ ਤਾਂ ਪਹਿਲਾਂ ਲੈਫਟੀਨੈਂਟ ਇਹ ਹੁੰਦਾ ਸੀਗਾ PK ਕਹਿੰਦੇ ਜਿਹਨੂੰ, ਹਾਂਜੀ PK, ਪ੍ਰਸ਼ਾਂਤ ਕਿਸ਼ੋਰ। ਇਹ ਲੈਫਟੀਨੈਂਟ ਹੁੰਦਾ ਸੀ ਨਰਿੰਦਰ ਮੋਦੀ ਸਾਹਿਬ ਦਾ। ਅੱਛਾ ਜੀ। 2014 ਤੋਂ ਪਹਿਲਾਂ ਇਹ ਵੀ ਕਿਹਾ ਜਾਂਦਾ ਤੇ ਗੁਜਰਾਤ ਵਿੱਚ ਕਈ ਵਾਰੀ ਕਹਿੰਦੇ ਇਹ ਮੋਦੀ ਸਾਹਿਬ ਦੇ ਘਰੇ ਵੀ ਰਹਿੰਦਾ ਹੁੰਦਾ ਸੀ ਸਰਕਾਰੀ ਰਿਹਾਇਸ਼ ਦੇ ਉੱਤੇ ਜੀ। ਜਦੋਂ ਬੀਜੇਪੀ ਨੇ ਮੋਦੀ ਸਾਹਿਬ ਨੂੰ ਆਪਣਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਲਿਆ, ਉਸ ਵੇਲੇ ਇਹ ਬੰਦਾ ਲਾਈਮਲਾਈਟ ਦੇ ਵਿੱਚ ਆਇਆ ਸੀ ਕੌਮੀ ਪੱਧਰ ਤੇ ਜੀ। ਔਰ ਉਦੋਂ ਇਹਨੇ ਚਾਏ ਪੇ ਚਰਚਾ ਇੱਕ ਮੁਹਿੰਮ ਛੇੜੀ ਸੀ ਜੀ। ਉਸ ਮੁਹਿੰਮ ਦੇ ਰਾਹੀਂ ਮਤਲਬ ਜਿਹੜੇ ਹੈਗੇ ਸੱਥਾਂ ਦੇ ਵਿੱਚ, ਚਾਹ ਦੀਆਂ ਦੁਕਾਨਾਂ ਦੇ ਉੱਤੇ ਸਵੇਰੇ ਜੋ ਲੋਕ ਇਕੱਠੇ ਹੁੰਦੇ ਸੀ, ਉੱਥੇ ਚਰਚਾ ਹੁੰਦੀ ਸੀ ਤੇ ਚਰਚਾ ਦਾ ਵਿਸ਼ਾ ਜਿਹੜਾ ਤੈਅ ਕੀਤਾ ਜਾਂਦਾ ਸੀ ਜੀ, ਕਰਪਸ਼ਨ ਬਹੁਤ ਹੈ ਜੀ। ਉਹੀ ਅੰਨਾ ਹਜ਼ਾਰੇ ਵਾਲੀ ਮੂਵਮੈਂਟ, ਉਹ ਸਾਰੇ ਦਾ ਸਾਰਾ ਲਿਆ ਕੇ ਉਹਨੂੰ ਬਣਾ ਕੇ ਸਾਰਾ ਮੱਖੂ ਬੰਨਿਆ ਜਾਂਦਾ ਸੀ ਡਾਕਟਰ ਮਨਮੋਹਨ ਸਿੰਘ ਦੀ ਪਿੱਠ ਦੇ ਉੱਤੇ ਕਿ ਬੰਦਾ ਇਹ ਮਾੜਾ ਹੈ, ਇਹਦੀ ਸਰਕਾਰ ਮਾੜੀ ਹੈ। ਹਾਲਾਂਕਿ ਬਾਅਦ ਦੇ ਵਿੱਚ ਵਕਤ ਨੇ ਸਾਬਤ ਕਰ ਦਿੱਤਾ ਕਿ ਉਹ ਭਲੇ ਮਾਨਸ ਦਾ ਤਾਂ ਕਸੂਰ ਹੀ ਕੋਈ ਨਹੀਂ ਸੀ, ਉਹ ਤਾਂ ਉਹ ਕੀ ਕਹਿੰਦੇ ਹੁੰਦੇ ਆ ਵੀ ਸਾਨਾ ਦੇ ਭੇਟ 'ਚ ਮਾਰਿਆ ਗਿਆ, ਠੀਕ ਹੈ। ਉਹ ਤੋਂ ਬਾਅਦ ਫਿਰ ਜਦੋਂ ਆਪਾਂ ਦੇਖਦੇ ਹਾਂ ਤਾਂ ਇਸ ਬੰਦੇ ਦਾ ਨਾਂ ਆਉਂਦਾ ਹੈ ਜਦੋਂ ਇੱਕ ਮਹਾਗਠਜੋੜ ਬਣਦਾ ਬਿਹਾਰ ਦੇ ਵਿੱਚ ਜੀ, ਜਿੱਥੇ ਬੀਜੇਪੀ ਨੂੰ ਸੱਤਾ 'ਚੋਂ ਬਾਹਰ ਰੱਖਣ ਵਾਸਤੇ ਇੱਕ ਗੱਠਜੋੜ ਬਣਦਾ ਹੈ ਜਨਤਾ ਦਲ ਯੂਨਾਈਟਿਡ ਨਿਤੀਸ਼ ਕੁਮਾਰ ਦਾ ਜੀ, ਇਹਦਾ ਤੁਹਾਡਾ ਲਾਲੂ ਪ੍ਰਸਾਦ ਯਾਦਵ ਦਾ ਤੇ ਕਾਂਗਰਸ ਦਾ। ਉਹ ਗੱਠਜੋੜ ਬਣਾਉਣ ਦੇ ਵਿੱਚ ਵੀ ਪ੍ਰਸ਼ਾਂਤ ਕਿਸ਼ੋਰ ਦਾ ਯੋਗਦਾਨ ਸੀ ਜੀ, ਔਰ ਉਸ ਗੱਠਜੋੜ ਨੇ ਬੀਜੇਪੀ ਦੇ ਤੰਬੂ ਉੱਥੋਂ ਪੱਟਦੇ ਸੀ। ਇਹ ਵੱਖਰੀ ਗੱਲ ਹੈ ਵੀ ਬਾਅਦ ਦੇ ਵਿੱਚ ਜਿਹੜਾ ਹੈਗਾ ਨਿਤੀਸ਼ ਕੁਮਾਰ ਉਹ ਬੀਜੇਪੀ ਦੇ ਨਾਲ ਫੇਰ ਚਲਾ ਗਿਆ ਸੀ ਜੀ, ਔਰ ਉਹਨੇ ਇਹਨੂੰ ਆਪਣੇ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੀ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਬਣਾਤਾ ਸੀ ਜੀ। ਲੇਕਿਨ ਪ੍ਰਸ਼ਾਂਤ ਕਿਸ਼ੋਰ ਦਾ ਚੱਕਰ ਫੇਰ ਨਹੀਂ ਰਲੇ ਬੀਜੇਪੀ ਦਾ ਕਰਕੇ ਤੇ ਇਹ ਪਾਸੇ ਹੋ ਗਏ ਸੀ। ਫਿਰ ਤੁਸੀਂ ਦੇਖੋ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਲੈਫਟੀਨੈਂਟ ਸੀ ਜੀ, ਔਰ ਉਹ ਤੋਂ ਬਾਅਦ ਇਹ ਕਿੱਥੇ ਗਿਆ, ਫਿਰ ਇਹ ਬੰਦਾ ਜਾਂਦਾ ਆਂਧਰਾ ਪ੍ਰਦੇਸ਼ ਦੇ ਵਿੱਚ ਜਗਨ ਮੋਹਨ ਰੈਡੀ ਦਾ ਐਡਵਾਈਜ਼ਰ ਬਣਦਾ ਜਾ ਕੇ। ਜਗਨ ਮੋਹਨ ਰੈਡੀ ਜਿਹੜਾ ਹੈਗਾ ਉੱਥੇ ਆਪਣੀ ਹਕੂਮਤ ਬਣਾ ਲੈਂਦਾ ਹੈ ਜੀ। ਉਹ ਤੋਂ ਪਹਿਲਾਂ ਇਹ ਗਿਆ ਸੀ ਯੂਪੀ ਦੇ ਵਿੱਚ। ਯੂਪੀ ਦੇ ਵਿੱਚ ਕਾਂਗਰਸ ਪਾਰਟੀ ਨੇ ਇਹਨੂੰ ਹਾਇਰ ਕੀਤਾ ਸੀ ਕਿ ਸਾਡੇ ਵਾਸਤੇ ਕੰਮ ਕਰੋ, ਲੇਕਿਨ ਉੱਥੇ ਕਾਂਗਰਸ ਪਾਰਟੀ ਦੇ ਪੈਰ ਨਹੀਂ ਲੱਗੇ ਜੀ। ਤੇ ਬਾਅਦ ਦੇ ਵਿੱਚ ਇਹਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਇਸ ਕਰਕੇ ਉਠਾਉਣਾ ਪਿਆ ਕਿਉਂਕਿ ਜਿਹੜੀ ਹੈਗੀ ਹੈ ਸਮਾਜਵਾਦੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਨੇ ਸਮਝੌਤਾ ਕਰ ਲਿਆ ਸੀ, ਔਰ ਉਹਦੇ 'ਚ ਜਿਹੜੇ ਹੈਗੇ ਆ ਸਮੀਕਰਨ ਸਾਰੇ ਚੇਂਜ ਹੋ ਗਏ। ਹੁਣ ਇਸ ਵੇਲੇ ਵੀ ਇਹ ਇੱਕ ਹੋਰ ਬੀਬੀ ਵਾਸਤੇ ਵੀ ਲੈਫਟੀਨੈਂਟ ਕਰ ਰਿਹਾ। ਅੱਛਾ ਜੀ। ਇਹ ਮਮਤਾ ਬੈਨਰਜੀ ਦਾ ਵੀ ਐਡਵਾਈਜ਼ਰ ਹੈ। ਅੱਛਾ ਜੀ, ਦੋਨੇ ਪਾਸੇ ਲੱਗਿਆ। ਹਾਂ, ਮਮਤਾ ਬੈਨਰਜੀ ਦਾ ਐਡਵਾਈਜ਼ਰ ਹੈ, ਉੱਥੇ ਮਮਤਾ ਬੈਨਰਜੀ ਨੂੰ ਜਿਤਾਉਣ ਵਾਸਤੇ ਗੱਲ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ MLAs ਦੇ ਨਾਲ ਗੱਲਬਾਤ ਹੋਈ ਸੀ ਜੀ। ਉਦੋਂ ਛੋਟੀਆਂ ਜਿਹੀਆਂ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬੰਦਿਆਂ ਨੂੰ ਕਿਹਾ
ਕਿ ਕੋਈ ਗੱਲ ਨਹੀਂ, ਤਕੜੇ ਹੋ ਕੇ ਕੰਮ ਕਰੋ ਤੁਸੀਂ ਗੱਲ। ਉਹ ਕਹਿੰਦੇ ਜੀ ਆਪਾਂ ਕਰਾਂਗੇ ਕੀ? ਕਹਿੰਦਾ ਆ ਰਿਹਾ ਪ੍ਰਸ਼ਾਂਤ ਆ ਰਿਹਾ। ਤੇ ਕੱਲ ਤੁਸੀਂ ਇਹ ਦੇਖੋ ਵੀ ਪ੍ਰਸ਼ਾਂਤ ਕਿਸ਼ੋਰ ਜਿਹੜਾ ਇੱਕਦਮ ਆ ਕੇ ਤੇ ਜਿਹੜਾ ਉਹਦਾ ਆਉਣਾ ਕੀ ਜੀ ਅਨਾਉਂਸ ਹੀ ਕੀਤਾ ਕਿ ਜੀ ਪ੍ਰਸ਼ਾਂਤ ਕਿਸ਼ੋਰ ਜਿਹੜਾ ਚੀਫ ਐਡਵਾਈਜ਼ਰ ਬਣ ਗਿਆ। ਤੇ ਨਾਲ ਇੱਕ ਇਹ ਵੀ ਗੱਲ ਕਹਿਤੀ ਜੀ ਉਹ 1 ਰੁਪਈਆ ਟੋਕਨ ਤਨਖਾਹ ਲਊਗਾ। ਕੈਬਨਿਟ ਦਾ ਰੈਂਕ ਦਿੱਤਾ ਤੇ ਮਗਰ ਕੀ ਰਹਿ ਗਿਆ ਫਿਰ? ਕੈਬਨਿਟ ਦੇ ਰੈਂਕ ਦੇ ਵਿੱਚ ਨਹੀਂ, ਉਹਦਾ ਜਿਹੜਾ ਉਹਨੂੰ ਕੰਟਰੈਕਟ ਕੀਤਾ ਉਹਦੇ ਨਾਲ, ਕੰਟਰੈਕਟ ਦੀ ਪੇਮੈਂਟ ਤਾਂ ਕਰਨੀ ਉਹ ਪੈਸੇ ਤਾਂ ਉਹਨੂੰ ਸਿੱਧੇ ਜਾਣਗੇ। ਦੂਜੇ ਪਾਸੇ ਜਿਹੜੀ ਹੈਗੀ ਕੈਬਨਿਟ ਦਾ ਰੈਂਕ ਦੇ ਕੇ ਉਹਨੂੰ ਮੁਕੰਮਲ ਸਟਾਫ ਦਿੱਤਾ, ਉਹਨੂੰ ਰਿਹਾਇਸ਼ ਵੀ ਦਿੱਤੀ, ਸਰਕਾਰੀ ਰਿਹਾਇਸ਼ ਵੀ ਦਿੱਤੀ, ਸਰਕਾਰੀ ਦਫ਼ਤਰ ਵੀ ਦਿੱਤਾ, ਕੈਂਪ ਆਫਿਸ ਵੀ ਦਿੱਤਾ, ਟੈਲੀਫੋਨ ਵੀ ਦਿੱਤੇ, ਫੈਕਸ ਮਸ਼ੀਨ ਵੀ ਦਿੱਤੀ ਜੀ। ਔਰ ਨਾਲ ਉਹਦੇ 'ਚ ਜਿਹੜਾ ਹੈਗਾ ਤੁਹਾਡਾ ਇਹ ਪ੍ਰਬੰਧ ਵੀ ਕਰ ਦਿੱਤਾ ਹੈ ਕਿ ਉਹ ਜੇ ਸਫ਼ਰ ਕਰਦਾ ਹੈ ਚਾਹੇ ਰੇਲ ਤੇ ਕਰੇ ਚਾਹੇ ਹਵਾਈ ਜਾਂ ਤੇ ਕਰੇ, ਉਹਨੂੰ ਐਗਜ਼ੈਕਟਿਵ ਕਲਾਸ ਦੇ ਵਿੱਚ ਉਹ ਸਫ਼ਰ ਕਰ ਸਕਦਾ ਹੈ। ਇੱਥੇ ਬੈਠ ਕੇ ਉਹਨੇ ਕੰਮ ਕਰਨਾ, ਬੰਗਾਲ 'ਚ ਵੀ ਕਰਨਾ ਇੱਥੇ ਹੈ, ਕਿਉਂਕਿ ਬੰਗਾਲ ਦੇ ਵਿੱਚ ਪਹਿਲਾਂ ਹੈ। ਹੁਣ ਰਹਿ ਗਿਆ ਸਰਕਾਰ ਦਾ ਰਹਿ ਗਿਆ 1 ਸਾਲ, ਕਿਉਂਕਿ ਮਾਰਚ 'ਚ ਚੋਣਾਂ ਹੋਣਗੀਆਂ, ਫਰਵਰੀ 'ਚ ਚੋਣਾਂ ਹੋਣਗੀਆਂ ਤੇ ਅਕਤੂਬਰ ਦੇ ਵਿੱਚ ਲੱਗ ਜਾਣਾ ਕੋਡ। ਕਈ ਸਾਰੇ ਲੋਕ ਤੁਸੀਂ ਦੇਖਿਆ ਉਹਨਾਂ ਆਪਣੇ ਆਮ ਤੌਰ ਤੇ ਆ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਗੱਲਾਂ ਆ ਰਹੀਆਂ ਸਤੰਬਰ 'ਚ ਹੀ ਹੋਇਆ ਵੀ ਇਲੈਕਸ਼ਨ ਜਿਹੜੀ ਆ ਪਹਿਲਾਂ ਆ ਜੂਗੀ। ਇਲੈਕਸ਼ਨ ਇਹ ਨਹੀਂ ਕਿ ਹੁਣੀ ਇਲੈਕਸ਼ਨ ਆ ਜੂਗੀ, ਇਲੈਕਸ਼ਨ ਨੂੰ ਹਾਲੇ ਤੱਕ ਇਹਨਾਂ ਨੂੰ 4-6 ਮਹੀਨੇ ਚਾਹੀਦੇ ਆ ਕੰਮ ਕਰਨ ਵਾਸਤੇ। ਔਰ ਇਹਨਾਂ 4-6 ਮਹੀਨਿਆਂ ਦੇ ਵਿੱਚ ਆ ਕੇ ਸਟ੍ਰੈਟਜੀ ਨਿਕਲੀ ਬਣਾਉਣੀ ਪ੍ਰਸ਼ਾਂਤ ਕਿਸ਼ੋਰ ਨੇ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਆ ਕੇ ਇੱਥੇ ਕੰਮ ਕਰਵਾਉਣੀ ਜੀ ਕਿ ਤੁਹਾਨੂੰ ਕੀ ਕੰਮ ਕਰਨਾ ਚਾਹੀਦਾ, ਕਿਹੜੇ ਖੇਤਰ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਜੀ, ਲੋਕਾਂ ਨੂੰ ਨੌਕਰੀਆਂ ਦੇਣ ਵਾਲੇ ਪਾਸੇ ਪੈਣਾ, ਕੀ ਕਰਨਾ ਕੀ ਨਹੀਂ ਕਰਨਾ, ਇਹ ਸਾਰਾ ਕੁਝ ਉਹਨੇ ਸਟ੍ਰੈਟਜੀ ਬਣਾਉਣੀ ਹੈ ਜੀ। ਆਪਾਂ ਹੁਣ ਦੇਖਾਂਗੇ, ਤੁਸੀਂ ਦੇਖੋਗੇ ਵੀ ਅਗਲੀਆਂ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਹੋਇਆ ਕਰਨਗੀਆਂ ਜੀ, ਉਹਨਾਂ ਕੈਬਨਿਟ ਦੀਆਂ ਮੀਟਿੰਗਾਂ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਦਾ ਪਰਛਾਵਾਂ ਰਿਹਾ ਕਰੂਗਾ ਜੀ। ਚਲੋ ਵੇਖਦੇ ਆ ਜੀ, ਹੋਰ ਨਾ ਅਸੀਂ ਜਾਂਦੇ ਪੰਜਾਬ ਦਾ ਹੀ ਫਾਇਦਾ ਹੋ ਜੇ, ਜਿਹੜਾ ਨੌਕਰੀ ਘਰ ਨੌਕਰੀ। ਪਰ ਗੱਲ ਨਹੀਂ ਇਹਦੇ ਚ ਇਹ ਗੱਲ ਜੋੜ ਲਓ ਕਿ ਘਰ ਨੌਕਰੀ ਦੀ ਜਿਹੜੀ ਗੱਲ ਕੀਤੀ ਸੀ, ਇਹ ਸਾਰੀਆਂ ਗੱਲਾਂ ਸੀ। ਇਹ ਲੋਕਾਂ ਨੇ ਹੁਣ ਹਿਸਾਬ ਵੀ ਮੰਗਣਾ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕਿ ਕਿਰਪਾ ਕਰਕੇ ਪ੍ਰਸ਼ਾਂਤ ਕਿਸ਼ੋਰ ਜੀ ਜਿਹੜੀ ਤੁਸੀਂ ਪਹਿਲਾਂ ਸਟ੍ਰੈਟਜੀ ਬਣਾਈ ਕਾਫੀ ਵਿਦ ਕੈਪਟਨ, ਉਹ ਜਿਹੜੀ ਕਾਫੀ ਵਿਦ ਕੈਪਟਨ ਦੇ ਨਾਲ ਜਿਹੜੇ ਤੁਸੀਂ ਪ੍ਰੋਮਿਸ ਕੀਤੇ ਸੀ ਉਹਨਾਂ ਪ੍ਰੋਮਿਸਸ ਦੇ ਬਾਰੇ ਦੱਸੋ ਜੀ, ਉਹ ਆ ਕੇ ਕੀ ਕਰੋ। ਸੋ ਉਹ ਹੁਣ ਪ੍ਰੋਮਿਸ, ਕਿਉਂਕਿ ਅਜੇ ਮੈਂ ਲਗਭਗ 1 ਸਾਲ ਦਾ ਸਮਾਂ ਹੈਗਾ, 1 ਸਾਲ ਦੇ ਵਿੱਚ ਇਹਨੂੰ ਹੁਣ ਕਰਵਾਉਣੇ ਪੈਣਗੇ। ਜੇ ਨਾ ਕਰਵਾਉਣਗੇ ਤਾਂ ਜਿਵੇਂ ਫਿਰ ਤਾਸ਼ ਦੇ ਪੱਤੇ ਉੱਡਦੇ ਹੁੰਦੇ ਆ ਉਹ ਉੱਡ ਜਾਣਗੇ। ਬਿਲਕੁਲ। ਤੇ ਢਿੱਲੋਂ ਸਾਹਿਬ, ਕਰੋਨਾ ਦੇ ਟੀਕੇ ਦੇ ਰਾਜ ਸੀਗੇ, ਬੜੀਆਂ ਤਸਵੀਰਾਂ ਆ ਰਹੀਆਂ ਨੇ, ਹਾਸਾ ਮਖੌਲ ਲੁਕੋ ਕੇ ਇਹ ਉਹ ਕਿਆ ਹੋ ਰਿਹਾ ਹੈ? ਦੇਖੋ ਤਸਵੀਰਾਂ ਕਈ ਕਿਸਮ ਦੀਆਂ ਆ ਰਹੀਆਂ। ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਜਦੋਂ ਟੀਕਾ ਲੱਗਦਾ ਹੈ ਜੀ, ਤੇ ਟੀਕਾ ਲੱਗਣ ਵੇਲੇ ਉੱਥੇ ਤੁਸੀਂ ਦੇਖੋ 2 ਬੀਬੀਆਂ ਖੜੀਆਂ। ਇੱਕ ਬੀਬੀ ਜਿਹੜੀ ਹੈਗੀ ਆ ਉਹ ਇੰਜੈਕਸ਼ਨ ਲਾਉਂਦੀ ਹੈ ਜੀ, ਉਹ ਬੀਬੀ ਨਵੇਦਾ ਹੈ ਉਹਦਾ ਨਾਂ, ਪੀ ਨਵੇਦਾ ਜੀ। ਉਹ ਕਿੱਥੋਂ ਦੀ ਹੈ ਜੀ? ਉਹ ਪੌਂਡੀਚੇਰੀ ਦੀ। ਦੂਸਰੀ ਬੀਬੀ ਨਾਲ ਖੜੀ ਹੈ, ਉਹ ਕਿੱਥੋਂ ਦੀ? ਉਹ ਕੇਰਲਾ ਦੀ ਹੈ। ਇਲੈਕਸ਼ਨ ਕੇਰਲਾ 'ਚ ਵੀ ਹੋਣੇ, ਪੌਂਡੀਚੇਰੀ 'ਚ ਵੀ ਹੋਣੇ। ਤੀਜੀ ਤੁਸੀਂ ਇੱਕ ਹੋਰ ਚੀਜ਼ ਦੇਖੀ ਹੋਣੀ ਹੈ, ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਮੂੰਹ ਲਪੇਟਿਆ ਹੋਇਆ ਸੀ। ਅੱਛਾ ਜੀ। ਕੋਵਿਡ-19 ਨੂੰ ਮੁੱਖ ਰੱਖਦਿਆਂ ਹੋਇਆ, ਤੇ ਪਰ ਉਦੋਂ ਨਹੀਂ ਟੀਕਾ ਲਾਉਣ ਵੇਲੇ ਨਹੀਂ, ਉਹ ਮੂੰਹ ਜਿਹੜਾ ਲਪੇਟਿਆ ਸੀ ਉਹਨਾਂ ਦੇ ਗਲ ਦੇ ਵਿੱਚ ਜਿਹੜਾ ਲਮਕਦਾ ਸੀਗਾ, ਉਹਨੂੰ ਆਪਾਂ ਤਾਂ ਪਟਕਾ ਕਹਿ ਦਿੰਦੇ ਆ, ਹਿੰਦੀ 'ਚ ਉਹਨੂੰ ਕਹਿੰਦੇ ਆ ਗਮਛਾ ਜੀ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਸੰਬੋਧਨ ਦੇ ਵਿੱਚ ਕਈ ਵਾਰੀ ਕਿਹਾ, ਜਦੋਂ ਕਹਿੰਦੇ ਨਾ ਵੀ 2 ਗਜ਼ ਦੀ ਦੂਰੀ ਬਣਾ ਕੇ ਰੱਖੋ, ਫਿਰ ਉਹ ਕਹਿੰਦੇ ਆ ਕਿ ਮਾਸਕ ਜੇ ਨਹੀਂ ਲੈਣਾ ਤਾਂ ਗਮਛਾ ਤਾਂ ਜ਼ਰੂਰ ਰੱਖੋ, ਗਮਛਾ ਲੈ ਕੇ ਚੱਲੋ। ਉਹ ਕਹਿੰਦੇ ਜੀ ਗਮਛਾ ਕਿੱਥੋਂ ਆਇਆ ਜੀ? ਗਮਛਾ ਕਹਿੰਦੇ ਅਸਾਮ ਦੇ ਵਿੱਚੋਂ ਆਇਆ ਸੀ, ਉੱਥੇ ਕਿਸੇ ਨੇ ਗਿਫਟ ਦਿੱਤਾ ਸੀ। ਹੁਣ ਦੇਖੋ ਕਿ ਪ੍ਰਧਾਨ ਮੰਤਰੀ ਸਾਹਿਬ ਇੰਜੈਕਸ਼ਨ ਲਵਾਉਂਦੇ ਏਮਸ ਦੇ ਵਿੱਚ, ਤੇ ਸਟੇਟਾਂ 3 ਕਵਰ ਕਰ ਰਹੀਆਂ ਜੀ। ਪੌਂਡੀਚੇਰੀ ਦੀ ਕੁੜੀ ਹੋ ਗਈ, ਕੇਰਲਾ ਦੀ ਕੁੜੀ ਹੋ ਗਈ, ਗਮਛਾ ਅਸਾਮ ਦਾ ਹੋ ਗਿਆ। ਤਿੰਨਾਂ ਦੇ ਰਾਹੀਂ ਤਿੰਨਾਂ ਸਾਮਾਂ ਦੇ ਵਿੱਚ ਇਸ ਜਿਹੜਾ ਹੈਗਾ ਪ੍ਰਭਾਵ ਦਿੱਤਾ ਕਿ ਮੈਂ ਭਾਈ ਤੁਹਾਡੇ ਨਾਲ ਜੀ। ਅਗਲੇ ਪਾਸੇ ਰਹਿ ਗਿਆ ਜੀ ਬੰਗਾਲ ਵਾਲਾ। ਉਹ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਦਾੜੀ ਰਵਿੰਦਰਨਾਥ ਟੈਗੋਰ ਨੂੰ ਵਧਾ ਲਈ, ਉੱਥੇ ਵੀ ਆਪਦਾ ਭਾਵ ਛੱਡਤਾ। ਹੁਣ 4 ਸਟੇਟਾਂ ਹੋ ਗਈਆਂ ਜੀ, 2 ਰਹਿ ਗਏ, ਪਾਂਡੀਚੇਰੀ ਵੀ 1 ਰਹਿ ਗਈ, ਤਾਮਿਲਨਾਡੂ ਦੇ ਵਿੱਚ ਪਤਾ ਵੀ ਸਾਡੇ ਪੱਲੇ ਹੀ ਕੱਖ ਨਹੀਂ। ਉੱਥੇ ਨਾ ਕਾਂਗਰਸ ਕੋਲੇ ਬਹੁਤਾ ਕੁਛ ਹੈ ਤੇ ਨਾ ਹੈਗਾ ਬੀਜੇਪੀ ਕੋਲੇ। ਮੁੱਖ ਤੌਰ ਤੇ ਤਾਮਿਲਨਾਡੂ ਜਿਹੜਾ ਹੈਗਾ ਉਹ ਦਰਾਵੜ ਪਾਰਟੀਆਂ ਦਾ ਗੜ ਹੈ। ਉੱਥੇ ਇੱਕ ਪਾਸੇ DMK ਹੈ, ਦੂਜੇ ਪਾਸੇ ਅੰਨਾ DMK ਜੀ। ਅੰਨਾ DMK ਦੀ ਹਾਲਤ ਹੁਣ ਇਹ ਬਣ ਗਈ ਹੈ ਕਿ ਉਹ 2 ਟੁਕੜਿਆਂ 'ਚ ਵੰਡੀ ਗਈ ਜੈ ਲਲਿਤਾ ਦੇ ਮਰਨ ਤੋਂ ਬਾਅਦ। ਤਾਂ ਇਸ ਵੇਲੇ ਲਗਭਗ ਇਹ ਸਾਰੇ ਜਿਹੜੇ ਰਾਜਨੀਤਿਕ ਪੰਡਤ ਆ ਉਹ ਮੰਨੀ ਬੈਠੇ ਹੈ ਕਿ ਜਿਹੜੀ ਹਕੂਮਤ ਬਣਨੀ ਹੈ ਉਹ ਬਣਨੀ ਹੈ DMK ਦੀ ਜੀ।
ਤੇ ਡੀਐਮਕੇ ਦੇ ਨਾਲ ਲੈਫਟ ਵਾਲਿਆਂ ਦੀ ਵੀ ਅੰਡਰਸਟੈਂਡਿੰਗ ਹੈ, ਡੀਐਮਕੇ ਦੇ ਨਾਲ ਕਾਂਗਰਸ ਦੀ ਵੀ ਅੰਡਰਸਟੈਂਡਿੰਗ ਹੈ ਜੀ। ਇਸ ਕਰਕੇ ਪ੍ਰਧਾਨ ਮੰਤਰੀ ਜੀ ਨੇ ਮਤਲਬ ਬਗੈਰ ਕੋਈ ਆਨਾ ਲਾਉਣ ਤੋਂ ਜੀ, ਬਗੈਰ ਕਿਤੇ ਜਾਣ ਤੋਂ ਪਹਿਲਾਂ ਦਾੜੀ ਵਧਾ ਲਈ, ਬੰਗਾਲ ਕਵਰ ਕਰ ਲਿਆ ਤੇ 3 ਸੂਬੇ ਇਹ ਕਵਰ ਕਰ ਲਏ। ਇਹਨੂੰ ਕਹਿੰਦੇ ਆ ਜੀ ਰਾਜਨੀਤੀ। ਹੁਣ ਇੱਥੇ ਮੈਂ ਤੁਹਾਨੂੰ ਯਾਦ ਕਰਾਉਣਾ, ਜਦੋਂ ਪ੍ਰਧਾਨ ਮੰਤਰੀ ਸਾਹਿਬ ਪਾਵਰ 'ਚ ਆਏ ਸੀ ਉਦੋਂ ਕਹਿੰਦੇ ਸੀ ਮਿਨੀਮਮ ਗਵਰਨਮੈਂਟ ਜੀ, ਮੈਕਸਿਮਮ ਗਵਰਨੈਂਸ ਜੀ, ਪਰ ਗਵਰਨੈਂਸ ਹੈ ਕਿੱਥੇ? ਹੈ ਹੀ ਨਹੀਂ। ਮਤਲਬ ਹੈ ਵੀ ਜਿਹੜੀ ਜੁਮਲੇਬਾਜ਼ੀ ਦੇ ਨਾਲ ਇਲੈਕਸ਼ਨ ਜਿੱਤਣ ਵਾਲੀ ਗੱਲ ਇਹ ਰਹਿੰਦੀ ਖੂੰਦੀ ਕਸਰ ਫਿਰ ਪ੍ਰਧਾਨ ਮੰਤਰੀ ਜੀ ਨੇ ਉਦੋਂ ਪੂਰੀ ਕਰਤੀ ਜਦੋਂ ਕਹਿੰਦੇ ਕੁੜੀਆਂ ਨੇ ਇੰਜੈਕਸ਼ਨ ਤਾਂ ਲਾਇਆ, ਇੰਜੈਕਸ਼ਨ ਤਾਂ ਲਾਤਾ ਪਰ ਪਤਾ ਹੀ ਨਹੀਂ ਲੱਗਿਆ ਵੀ ਲਾਇਆ ਕਿੱਥੇ ਆ, ਵੀ ਐਂ ਵੀ ਨਹੀਂ ਕੀਤਾ ਵੀ ਦਰਦ, ਮਤਲਬ ਉਹ ਵੀ ਨਹੀਂ ਹੈ। ਹੁਣ ਇਹ ਜਿਹੜੀ ਗੱਲ ਕਹੀ ਹੈ ਤੇ ਲੋਕ ਜਿਹੜੇ ਹੈ ਪ੍ਰਧਾਨ ਮੰਤਰੀ, ਵੈਸੇ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਅਫਸੋਸ ਵੀ ਹੈ ਕਿ ਭਾਰਤ ਨੂੰ ਆਹ ਦਿਨ ਵੀ ਦੇਖਣੇ ਪੈਣੇ ਸੀ ਜੀ। ਭਾਰਤ ਦੇ ਪ੍ਰਧਾਨ ਮੰਤਰੀਆਂ ਦੇ ਉੱਤੇ ਲੋਕ ਫਖਰ ਕਰਦੇ ਹੁੰਦੇ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੇ ਸੈਕੂਲਰਿਜ਼ਮ ਦੇ ਉੱਤੇ ਕਹਿੰਦੇ ਹੁੰਦੇ ਸੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣੀ ਹੈ। ਨਾਨ ਅਲਾਈਨ ਮੂਵਮੈਂਟ ਜਿਹੜੀ ਬਣਾਈ ਸੀ ਉਹ ਮੂਵਮੈਂਟ ਬਣਾਉਣ ਵਾਲੇ ਦੁਨੀਆ ਦੇ 3 ਬੰਦੇ ਸੀ ਜੀ। ਮਾਰਸ਼ਲ ਟੀਟੋ, ਆਪਣਾ ਕਰਨਲ ਨਾਸਰ ਜੀ, ਮਿਸਰ ਵਾਲੇ ਤੇ ਪੰਡਿਤ ਨਹਿਰੂ। ਦੁਨੀਆ ਦੇ 3 ਬੰਦਿਆਂ ਦੇ ਵਿੱਚ ਨਾਮ ਆਉਂਦਾ ਗੁੱਟ ਨਿਰਲੇਪ ਲਹਿਰ ਦੇ ਆਗੂਆਂ ਵਜੋਂ। ਔਰ ਉਸ ਗੁੱਟ ਨਿਰਲੇਪ ਦੇ ਜਿਹੜੇ ਹੈਗੇ ਵੱਡੇ ਲੀਡਰ ਪ੍ਰਧਾਨ, ਕਦੇ ਤਾਂ ਮਾਰਸ਼ਲ ਟੀਟੋ ਹੁੰਦਾ ਸੀ, ਕਦੇ ਆਪਣਾ ਥੋੜਾ ਉਹ ਨਾਸਰ ਹੁੰਦੇ ਸੀ, ਕਰਨਲ ਨਾਸਰ, ਤੇ ਫਿਰ ਉਹਦੇ ਵਿੱਚ ਫੀਦਲ ਕਾਸਟਰੋ ਵੀ ਉਹਦਾ ਪ੍ਰੈਜ਼ੀਡੈਂਟ ਰਿਹਾ, ਉਹਦਾ ਕਦੇ ਯਾਸਰ ਅਰਫਾਤ ਵੀ ਪ੍ਰੈਜ਼ੀਡੈਂਟ ਰਿਹਾ। ਇਸ ਕਿਸਮ ਦੀ ਮੂਵਮੈਂਟ ਬਣਾਈ ਸੀ ਉਸ ਵੇਲੇ ਪ੍ਰਧਾਨ ਮੰਤਰੀ ਉਹ ਵੀ ਸੀ ਜੀ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੀ ਜਿਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਤਾਂ ਬਹੁਤ ਥੋੜਾ ਬਣਿਆ, ਲੇਕਿਨ ਉਸ ਥੋੜੇ ਜਿਹੇ ਮੌਕੇ ਦੇ ਵਿੱਚ ਜਿਹੜਾ ਉਹਨਾਂ ਨੇ ਕੀਰਤੀਮਾਨ ਸਥਾਪਿਤ ਕੀਤੀ ਹੈ ਉਹਨੂੰ ਕੋਈ ਭੁਲਾ ਨਹੀਂ ਸਕਦਾ। ਜੈ ਜਵਾਨ ਜੈ ਕਿਸਾਨ ਦਾ ਨਾਰਾ ਉਹਨਾਂ ਨੇ ਦਿੱਤਾ। ਕਦੇ ਕਦੇ ਖਬਰਾਂ ਆਉਂਦੀਆਂ ਹੁੰਦੀਆਂ ਪੁਰਾਣੀਆਂ ਕਿ ਪ੍ਰਧਾਨ ਮੰਤਰੀ ਹੋਣ ਵੇਲੇ ਵੀ ਉਹਨਾਂ ਨੇ ਕਿਸ਼ਤਾਂ ਤੇ ਗੱਡੀ ਲਈ ਸੀ ਜੀ। ਉਹਦੀ ਕਹਾਂ ਬਿਲਕੁਲ ਉਹ ਇਹੋ ਜਿਹੇ ਪ੍ਰਧਾਨ ਮੰਤਰੀ ਸੀ। ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਆ ਗਈ। ਇੰਦਰਾ ਗਾਂਧੀ ਦਾ ਵੀ ਬਾਕੀ ਉਹਦੇ ਜਿਹੜੇ ਔਗਣਾਂ ਨੂੰ ਆਪਾਂ ਛੱਡ ਦਈਏ, ਫਿਰ ਉਹਦਾ ਇੱਕ ਗੁਣ ਯਾਦ ਕਰਦੇ ਆ ਲੋਕ ਕਿ ਇੱਕ ਤਾਂ ਉਹਨੇ 14 ਵੱਡੇ ਬੈਂਕ ਕੌਮੀ ਕੀਤੇ ਸੀ। ਇਹ ਹੁਣ ਨਿੱਜੀਕਰਨ ਕਰ ਰਹੇ ਆ ਸਰਕਾਰੀ ਬੈਂਕਾਂ ਦਾ। ਉਹਨੇ ਪ੍ਰਾਈਵੇਟ ਬੈਂਕਾਂ ਦਾ ਕੌਮੀਕਰਨ ਕੀਤਾ ਸੀ। ਰਾਜਿਆਂ ਦੇ ਪ੍ਰੀਵੀ ਪਰਸ ਉਹਨੇ ਬੰਦ ਕੀਤੇ ਸੀ ਜੀ। ਤੇ ਇਹ ਕਹਿੰਦੇ ਆ ਜੀ ਅਸੀਂ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ, ਬਾਲਾਕੋਟ ਕਰਾਂਗੇ। ਤੇ ਉਹਨੇ ਉਸ ਵੇਲੇ 1970-71 ਦੇ ਵਿੱਚ ਜੀ ਪਾਕਿਸਤਾਨ ਦੇ 2 ਟੁਕੜੇ ਕਰਕੇ ਦੁਨੀਆ ਦੇ ਉੱਤੇ ਇੱਕ ਨਵਾਂ ਮੁਲਕ ਬੰਗਲਾਦੇਸ਼ ਬਣਾਤਾ ਸੀ। ਉਹ ਵੀ ਪ੍ਰਧਾਨ ਮੰਤਰੀ ਹੈ ਮੁਰਾਰਜੀ ਦੇਸਾਈ ਜੀ। ਉਹ ਤੋਂ ਅਗਲੇ ਰਹਿੰਦੇ ਆ। ਮੁਰਾਰਜੀ ਦੇਸਾਈ ਦਾ ਇੱਕ ਆਪਣਾ ਨਾਂ ਹੈ ਨਾ, ਬਿਲਕੁਲ ਠੀਕ ਹੈ। ਚੌਧਰੀ ਚਰਨ ਸਿੰਘ ਕਿਸਾਨ ਆਗੂ ਦੇ ਤੌਰ ਤੇ ਜਾਣਿਆ ਜਾਂਦਾ ਜੀ। ਵਿਸ਼ਵਨਾਥ ਪ੍ਰਤਾਪ ਸਿੰਘ ਉਹਨੇ ਮੰਡਲ ਰਿਜ਼ਰਵੇਸ਼ਨ ਵਾਲੇ ਵੇਲੇ। ਉਹ ਤੋਂ ਬਾਅਦ ਆ ਗਏ ਜੀ ਤੁਹਾਡੇ ਚੰਦਰ ਸ਼ੇਖਰ ਜੀ। ਚੰਦਰ ਸ਼ੇਖਰ ਹੋਰਾਂ ਨੇ ਜਿਹੜਾ ਹੈਗਾ, ਤੁਸੀਂ ਇਹ ਦੇਖੋ ਕਿ ਪੰਜਾਬ ਦੀ ਜਿਹੜੀ ਪ੍ਰੋਬਲਮ ਸੀ ਇਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਚੰਦਰ ਸ਼ੇਖਰ ਹੋਰਾਂ ਨੇ ਬਹੁਤ ਵੱਡੀ ਪ੍ਰਾਪਤੀ ਕਰ ਲਈ ਸੀ। ਉਹਨਾਂ ਦੇ ਸਾਥੀ ਜਿਹੜੇ ਅਜੇ ਵੀ ਸਾਡੇ ਵਿੱਚ ਬੈਠੇ ਹੈ, ਬਠਿੰਡੇ 'ਚ ਵੀ ਹੈਗੇ ਉਹਨਾਂ ਦੇ ਇੱਕ ਸਾਥੀ ਦਰਸ਼ਨ ਸਿੰਘ ਜੀਦਾ ਹੋਣੀ, ਉਹ ਦੱਸਦੇ ਹੁੰਦੇ ਵੀ ਉਸ ਵੇਲੇ ਉਹਨਾਂ ਨੇ ਆਪਣਾ ਅਸਰ ਸੂਖ ਵਰਤ ਕੇ ਤੁਹਾਡਾ ਪਾਕਿਸਤਾਨ ਦੇ ਵਿੱਚ ਬੈਠੇ ਖਾੜਕੂ ਨੂੰ ਇੱਥੇ ਬੁਲਾ ਕੇ ਮੀਟਿੰਗ ਕਰ ਲਈ ਸੀ ਕਿ ਇਸ ਮਾਮਲੇ ਨੂੰ ਨਿਪਟਾਇਆ ਜਾਵੇ। ਉਹ ਬਾਬਰੀ ਮਸਜਿਦ ਵਾਲਾ ਮਾਮਲਾ ਵੀ ਨਿਪਟਾਉਣ ਦੇ ਨੇੜੇ ਪਹੁੰਚ ਗਏ ਸੀ, ਲੇਕਿਨ ਸਰਕਾਰ ਟੁੱਟ ਗਈ ਜੀ। ਫਿਰ ਅਸੀਂ ਰਾਜੀਵ ਗਾਂਧੀ ਦੀ ਗੱਲ ਦੇਖੀਏ। ਰਾਜੀਵ ਗਾਂਧੀ ਦੇ ਵਿੱਚ ਔਗਣ ਹੈਗੇ ਸੀ ਕਿਉਂਕਿ ਉਹਨੇ ਪਹਿਲਾਂ ਜਿਹੜੀ ਹੈਗੀ ਹੈ ਸ਼ਾਹ ਬਾਨੋ ਕੇਸ ਵਾਲੇ ਮਾਮਲੇ ਦੇ ਵਿੱਚ ਮੁਸਲਿਮ ਜਿਹੜੀ ਹੈਗੀ ਫੰਡਾਮੈਂਟਲਿਜ਼ਮ ਨੂੰ ਖੁਸ਼ ਕਰਨ ਵਾਸਤੇ ਉਹ ਕਾਨੂੰਨ ਜਿਹੜਾ ਉਧਰੋਂ ਜਿਹੜਾ ਪਾਰਲੀਮੈਂਟ ਦੇ ਰਾਹੀਂ ਉਹਨੂੰ ਬੇਅਸਰ ਕੀਤਾ, ਜਿਹੜਾ ਉਹ ਫੈਸਲਾ ਸੀ। ਬਾਅਦ ਦੇ ਵਿੱਚ ਉਹਨੇ ਤੁਹਾਡੀ ਬਾਬਰੀ ਮਸਜਿਦ ਦੇ ਕਵਾੜ ਖਿਲਾਏ ਜੀ। ਤੇ ਜੇ ਬਾਬਰੀ ਮਸਜਿਦ ਤਹਿਸ ਨਹਿਸ ਹੋਈ ਹੈ ਤੇ ਉਹਦਾ ਕਾਰਨ ਵੀ ਉਹੀ ਹੈ। ਪਰ ਨਾਲ ਸਾਨੂੰ ਇਹ ਵੀ ਮੰਨਣਾ ਪਊਗਾ ਕਿ ਜਿਹੜਾ IT ਸੈਕਟਰ ਦੇ ਵਿੱਚ ਰੈਵੋਲੂਸ਼ਨ ਆਇਆ ਜੀ, ਉਹ ਵੀ ਰਾਜੀਵ ਗਾਂਧੀ ਦੀ। IT ਮੋਟਰਸਾਈਕਲ ਗੱਡੀਆਂ ਤੁਸੀਂ ਦੇਖੋ, ਨਹੀਂ ਤਾਂ ਉਦੋਂ ਪਹਿਲਾਂ ਤਾਂ ਉਹੀ ਬਜਾਜ ਤੇ ਉਹਨਾਂ 'ਚ ਹੀ ਤੁਰੇ ਫਿਰਦੇ ਸੀ ਨਾ। ਸਾਡੇ ਆ ਟੈਲੀਫੋਨ ਵਾਲੀ ਸਥਿਤੀ ਕੀ ਸੀਗੀ, ਆਪਾਂ ਪਾਰਲੀਮੈਂਟ ਦੇ ਮੈਂਬਰਾਂ ਦੀ ਸਿਫਾਰਿਸ਼ ਕਰਦੇ 92 ਦੇ ਵਿੱਚ ਮੈਂ ਲਵਾਇਆ ਸੀ ਟੈਲੀਫੋਨ ਪਾਰਲੀਮੈਂਟ ਦੇ ਮੈਂਬਰ ਰਾਹੀਂ। ਲੇਕਿਨ ਜਿਹੜੀ ਹੈ ਸੇਮ ਪਤਰੋਦਾ ਨੂੰ ਕੌਣ ਲੈ ਕੇ ਆਇਆ ਸੀ ਬਾਹਰੋਂ ਜੀ? ਉਹ ਰਾਜੀਵ ਗਾਂਧੀ ਲੈ ਕੇ ਆਇਆ ਸੀ। ਉਹ ਲੈ ਕੇ ਆਇਆ ਸੀ। ਉਹ ਤੋਂ ਬਾਅਦ ਫਿਰ ਤੁਸੀਂ ਦੇਖੋ ਵਾਜਪਾਈ ਸਾਹਿਬ, ਵਾਜਪਾਈ ਨੂੰ ਇੱਕ ਮਤਲਬ ਜਿਹੜਾ ਡਿਪਲੋਮੈਟਿਕ ਸਟੇਟਸਮੈਨ ਸਮਝਿਆ ਜਾਂਦਾ। ਹਾਂਜੀ, ਸਟੇਟਸਮੈਨਸ਼ਿਪ ਸੀ ਉਹਨਾਂ ਦੀ। ਠੀਕ ਹੈ। ਦੇਵ ਗੌੜਾ ਥੋੜਾ ਸਮਾਂ ਰਹੇ, ਫਿਰ ਉਦੋਂ ਇੰਦਰ ਕੁਮਾਰ ਗੁਜਰਾਲ ਕਿੱਡਾ ਵੱਡਾ ਨਾਂ ਕਮਾਇਆ। ਡਾਕਟਰ ਮਨਮੋਹਨ ਸਿੰਘ ਕੋਈ ਸਿਰਾਈ, ਠੀਕ ਹੈ। ਹੁਣ ਇੱਕ ਸਾਡੇ ਪ੍ਰਧਾਨ ਮੰਤਰੀ ਸਾਹਿਬ ਲੋਕ ਵਿਸ਼ਵਾਸ ਨਹੀਂ ਕਰਦੇ। ਕੁਛ ਕਿਸੇ ਜਿੰਨੀ ਮਰਜ਼ੀ ਸੱਚੀ ਗੱਲ ਕਹਦੇ ਕਹਿੰਦੇ ਝੂਠ ਬੋਲਿਆ ਹੋ।
ਤੇ ਸੋਸ਼ਲ ਮੀਡੀਆ ਤੇ ਤਾਂ ਇਹ ਗੱਲਾਂ ਆਈਆਂ ਕਿ ਪ੍ਰਧਾਨ ਮੰਤਰੀ ਦਿਨ ਵਿੱਚ ਦੀ ਕਿੰਨੇ ਵਾਰੀ ਝੂਠ ਬੋਲਦਾ ਲੋਕ ਉਹ ਵੀ ਹਿਸਾਬ ਕਿਤਾਬ ਲਾਉਣ ਲੱਗ ਪਏ। ਹੁਣ ਕੱਲ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਟੀਕਾ ਵੀ ਲੱਗਿਆ ਤੇ ਪਤਾ ਨਹੀਂ ਲੱਗਿਆ ਤੇ ਲੋਕਾਂ ਨੇ ਇਹ ਕਹਿਤਾ ਵੀ ਲੱਗਿਆ ਵੀ ਹੈ ਕਿ ਨੇੜੇ ਕਰਕੇ ਸਿਰੰਜ ਵਾਪਸੀ ਮੋੜ, ਕਿਉਂਕਿ ਉਹ ਤਾਂ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਹੀ ਫੋਟੋ ਸਿੱਧੀ ਖਿਚਾਉਂਦੇ ਆ ਤੇ ਉੱਥੇ ਗੱਲ ਕੀ ਹੈ ਨਾ ਵੀ ਕੰਪੈਰੀਜ਼ਨ ਕਰਤਾ ਵੀ ਬਾਕੀ ਦੇਸ਼ਾਂ ਨੇ ਪ੍ਰਧਾਨ ਮੰਤਰੀਆਂ ਦੇ ਟੀਕੇ ਲਾਏ ਤਾਂ ਸਿਰੰਜ ਵਿੱਚ ਲੱਗਦੀ ਦਿਸ ਰਹੀ ਹੈ ਤੇ ਇੱਧਰ ਬੀਬੀ ਦਾ ਹੱਥ ਇੱਧਰ ਹੈ ਤੇ ਟੀਕਾ ਇੱਥੇ ਹੈ, ਉਹ ਫੋਟੋ ਆ ਰਹੀ ਹੈ ਵੀ ਹੱਥ ਲਕੋ ਰਿਹਾ ਡੋਲੇ ਨੂੰ। ਇਸ ਕਰਕੇ ਮਤਲਬ ਜਿਹੜਾ ਹੈਗਾ ਜੀ ਰਾਜਨੀਤੀ ਕਾਫੀ ਹੋਈ ਹੈ ਇਹਦੇ ਤੇ ਢਿੱਲੋਂ ਸਾਹਿਬ ਬਹਿਬਲ ਗੋਲੀकांड ਦੀ ਅਪਡੇਟ ਜੀ। ਦੇਖੋ ਬਹਿਬਲ ਗੋਲੀकांड ਦੀ ਅਪਡੇਟ ਤਾਂ ਇਹ ਹੈ ਕਿ ਇਹ ਤਾਂ ਆਪਾਂ ਨੂੰ ਮੰਨਣਾ ਪਊਗਾ, ਇਹਦੇ 'ਚ ਧੰਨਵਾਦ ਕਰਨਾ ਬਣਦਾ ਜਸਟਿਸ ਰਣਜੀਤ ਸਿੰਘ ਹੋਣਾ ਦਾ ਜੀ ਕਿ ਜਿਨ੍ਹਾਂ ਨੇ ਅਣਪਛਾਤੀ ਪੁਲਿਸ ਪਛਾਣ ਲਈ ਸੀ। ਹਾਂਜੀ ਹਾਂਜੀ, ਪਿਛਲੀ ਜਿਹੜੀ ਬਾਦਲ ਸਰਕਾਰ ਸੀ ਉਹਨਾਂ ਨੇ ਤਾਂ ਕਹਿਤਾ ਸੀ ਜੀ ਅਣਪਛਾਤੀ ਪੁਲਿਸ ਨੇ ਗੋਲੀ ਚਲਾ ਕੇ ਬਹਿਬਲ ਕਲਾਂ 'ਚ 2 ਬੰਦਿਆਂ ਨੂੰ ਸ਼ਹੀਦ ਕਰਤਾ। ਸ਼ਹੀਦ ਨਹੀਂ ਕਹਿਤਾ, ਉਦੋਂ ਕਹਿੰਦੇ ਸੀ ਜੀ ਮਰ ਗਏ, ਮਾਰਤੇ। ਹਾਂ ਚਲੋ ਉਹਨਾਂ ਨੂੰ ਸ਼ਹੀਦ ਮੰਨਣਾ ਪਊਗਾ। ਔਰ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਉਹਨਾਂ ਨੇ ਮਿਹਨਤ ਕੀਤੀ, ਐਵੀਡੈਂਸ ਕਲੈਕਟ ਕੀਤੀ, ਉਹਨਾਂ ਨੇ ਕਿਹਾ ਮੇਰੀ ਜਾਚੇ ਭਾਈ ਇਹ ਜਿਹੜਾ ਹੈਗਾ ਅਚਨਚੇਤ ਨਹੀਂ ਹੋਇਆ, ਜਾਣ ਬੁੱਝ ਕੇ ਕੀਤੇ ਗਏ ਕਤਲ ਸੀ। ਜੀ ਜੀ, ਉਹ ਮਾਮਲਾ ਪੰਜਾਬ ਦੀ ਵਿਧਾਨ ਸਭਾ 'ਚ ਗਿਆ। ਪੰਜਾਬ ਦੀ ਸਰਕਾਰ ਨੇ ਵਿਧਾਨ ਸਭਾ ਦੀ ਸਹਿਮਤੀ ਦੇ ਨਾਲ ਉਹਦੇ 'ਤੇ ਇੱਕ SIT ਬਣਾਈ। SIT ਨੇ ਆਪਣਾ ਕੰਮ ਸ਼ੁਰੂ ਕਰਤਾ, ਲੇਕਿਨ SIT ਦੇ ਰਾਹ ਦੇ ਵਿੱਚ ਰੋੜੇ ਬੜੇ ਅਟਕਾਏ ਜੀ। ਕਦੇ ਕੋਈ ਹਾਈ ਕੋਰਟ ਪਹੁੰਚ ਗਿਆ ਤੇ ਕਦੇ ਕੋਈ ਸੁਪਰੀਮ ਕੋਰਟ ਕੋ ਪਹੁੰਚ ਗਿਆ। ਮਤਲਬ ਇਹਦੇ 'ਚ ਇਹ ਦੇਖੋ ਕਿ ਲੰਬਾ ਸਮਾਂ ਇਹ ਕੇਸ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਪੌੜੀਆਂ 'ਚ ਹੀ ਰੁਲਦਾ ਰਿਹਾ। ਹੁਣ ਜਾ ਕੇ ਛੁਟਕਾਰਾ ਹੋਇਆ ਤੇ ਉਹਨਾਂ ਨੇ ਚਾਰਜ ਸ਼ੀਟ ਪੇਸ਼ ਕਰਤੀ ਸੀ ਜੀ ਸੁਮੈਦ ਸਿੰਘ ਸੈਣੀ ਤੇ ਤੁਹਾਡਾ ਪਰਮਰਾਜ ਸਿੰਘ ਉਮਰਾ ਨੰਗਲ ਦੇ ਖਿਲਾਫ। ਇਹਨਾਂ ਨੇ ਐਂਟੀਸਪੇਟਰੀ ਬੇਲ ਪਾਤੀ ਸੀ ਸੈਸ਼ਨ ਕੋਰਟ 'ਚ, ਦੋਨਾਂ ਦੀ ਐਂਟੀਸਪੇਟਰੀ ਬੇਲ ਹੋ ਗਈ ਸੀ ਰੱਦ ਜੀ। ਉਹ ਤੋਂ ਬਾਅਦ ਫਿਰ ਇਹ ਗਏ ਅਪੀਲ ਦੇ ਵਿੱਚ ਹਾਈ ਕੋਰਟ 'ਚ। ਹਾਈ ਕੋਰਟ ਦੇ ਵਿੱਚ 4 ਦਿਨ ਇਸ ਮੁੱਦੇ ਦੇ ਉੱਤੇ ਬਹਿਸ ਹੁੰਦੀ ਰਹੀ ਜੀ। 4 ਦਿਨਾਂ ਦੀ ਬਹਿਸ ਤੋਂ ਬਾਅਦ ਇੱਕ ਕੇਸ ਰਿਜ਼ਰਵ ਰੱਖ ਲਿਆ ਸੀ ਤੇ ਕੱਲ ਅਦਾਲਤ ਨੇ ਉਹਨਾਂ ਨੂੰ ਪੇਸ਼ਗੀ ਜ਼ਮਾਨਤ ਹੈ ਜਿਹੜੀ ਉਹ ਦੇਤੀ ਤੇ ਹਦਾਇਤ ਕਰਤੀ ਜੀ ਕਿ 8 ਤਾਰੀਖ ਨੂੰ ਜਾ ਕੇ ਉਹ ਜਿਹੜਾ ਇਲਾਕਾ ਮੈਜਿਸਟ੍ਰੇਟ ਆ ਫਰੀਦਕੋਟ ਦੇ ਉਹਦੇ ਪੇਸ਼ ਹੋਣ। ਬੇਲ ਜ਼ਰੂਰ ਮਿਲ ਗਈ ਹੈ ਜੀ, ਪਰ ਇਹਦਾ ਮਤਲਬ ਇਹ ਨਹੀਂ ਕਿ ਕੇਸ ਖਤਮ ਹੋ ਗਿਆ, ਕਿਉਂਕਿ ਸਾਡੀ ਜਿਹੜੀ ਜੁਡੀਸ਼ਰੀ ਹੈ ਜਿਹੜਾ ਸਾਡੇ ਆਮ ਤੌਰ ਦੇ ਉੱਤੇ ਉਹਨੂੰ ਫੋਲੋ ਨਹੀਂ ਕਰਦੇ। ਵੱਡੇ ਬੰਦਿਆਂ ਵਾਸਤੇ ਕਰ ਲੈਂਦੇ ਜਾਂ ਜਿਨ੍ਹਾਂ ਦੀ ਸਰਕਾਰਾਂ ਮਦਦ ਕਰਦੀਆਂ ਉਹਨਾਂ ਨੂੰ ਕਰ ਲੈਂਦੇ। ਵੈਸੇ ਇੱਥੇ ਹੈ ਕਿ ਜਿਹੜਾ ਹੈ ਬੇਲ ਦਾ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਰਾਈਟ ਮਿਲਣਾ ਚਾਹੀਦਾ, ਕਿਉਂਕਿ ਕਈ ਵਾਰੀ ਬੇਗੁਨਾਹ ਲੋਕ ਜਿਹੜੇ ਹੈਗੇ ਜਿਨ੍ਹਾਂ ਦੇ ਕੋਲ ਕੋਈ ਪਹੁੰਚ ਨਹੀਂ ਹੁੰਦੀ ਉਹਨਾਂ ਤੇ ਕੇਸ ਬਣ ਜਾਂਦੇ, ਝੂਠੇ ਕੇਸ ਬਣ ਜਾਂਦੇ, ਉਹ ਜੇਲ੍ਹਾਂ ਦੇ ਵਿੱਚ ਬੈਠੇ ਰਹਿੰਦੇ ਔਰ ਬੜਾ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੈਠੇ ਰਹਿੰਦੇ। ਆਪਾਂ ਪਿਛਲੇ ਦਿਨਾਂ 'ਚ ਇੱਕ ਉਹ ਡਿਸਕਸ ਕੀਤੀ ਸੀਗੀ ਖਬਰ ਕਿ ਇੱਕ ਬੰਦੇ ਨੂੰ ਬਲਾਤਕਾਰ ਦਾ ਦੋਸ਼ੀ ਬਣਾ ਕੇ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਕਰਤੀ ਸੀ। ਬਿਲਕੁਲ ਉਹਨੇ ਉਮਰ ਕੈਦ ਦੀ ਸਜ਼ਾ ਪੂਰੀ ਭੁਗਤ ਲਈ ਤੇ ਫਿਰ ਹਾਈ ਕੋਰਟ ਕਹਿੰਦੀ ਬੰਦਾ ਤਾਂ ਬੇਗੁਨਾਹ ਹੈ। ਇਸ ਕਰਕੇ ਇਹ ਤਾਂ ਹੈ ਟ੍ਰੈਂਡ ਇਸ ਗੱਲ ਦਾ ਕਿ ਬੰਦੇ ਨੂੰ ਬੇਲ ਮਿਲ ਗਈ, ਪਰ ਬੇਲ ਮਿਲਦਾ ਇਹ ਮਤਲਬ ਨਹੀਂ ਕਿ ਬੀਨਾਸ ਖਤਮ ਹੋ ਗਿਆ। ਅਜੇ ਉਮੀਦ ਇਸ ਗੱਲ ਦੀ ਹੈਗੀ ਹੈ ਕੇਸ ਦੀ। ਤੇ ਜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਰਕਾਰਾਂ ਬਦਲ ਜਾਂਦੀਆਂ, ਕਿਉਂਕਿ ਇਹ ਫੈਸਲੇ ਜਿਹੜੇ ਹੈਗੇ ਇਹ ਐਵੀਡੈਂਸ ਤੇ ਹੁੰਦੇ। ਆਮ ਤੌਰ ਦੇ ਉੱਤੇ ਜਿੱਥੇ ਦੇਰੀ ਦੇ ਨਾਲ ਕਿਸੇ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ, ਡਿਲੇ ਦਾ ਉੱਥੇ ਬੈਨੀਫਿਟ ਮਿਲ ਜਾਂਦਾ, ਇਹ ਵੀ ਮਿਲ ਜਾਂਦਾ। ਤੇ ਨਾਲ ਫਿਰ ਤੁਹਾਨੂੰ ਪਤਾ ਜਦੋਂ ਕੇਂਦਰ ਸਰਕਾਰ ਕਹਿੰਦੀ ਹੋਵੇ ਕਿ ਜੀ ਅਸੀਂ ਆਪਣੇ ਸਿਸਟਮ ਨੂੰ ਬਚਾਉਣਾ ਹੈ ਜੀ, ਸਿਸਟਮ ਨੂੰ ਬਚਾਉਣ ਵਾਸਤੇ ਵੀ ਫਿਰ ਬੜਾ ਕੁਝ ਹੋ ਜਾਂਦਾ ਹੈ ਜੀ। ਸੋ ਫਿਲਹਾਲ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡੇ ਤੋਂ ਬ੍ਰੇਕ ਲੈਣੇ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 9780141741 ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਮੁਲਾਕਾਤ ਇਸ ਤੋਂ ਬਾਅਦ ਪੱਤਰਕਾਰ ਸਾਹਿਬਾਨ ਜੁੜਨਗੇ ਸਾਡੇ ਨਾਲ। ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622 0660 5196220660 QTL because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ